ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਹੈ। ਇਸ ਸੰਬੰਧ ਵਿੱਚ ਉਹਨਾਂ ਦੇ ਜੀਵਨ ਬਾਰੇ ਆਪਾਂ ਵਿਚਾਰ ਕਰਾਂਗੇ। 1621 ਸਨ, ਅੰਮ੍ਰਿਤਸਰ ਸ਼ਹਿਰ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਆਪ ਜੀ ਦਾ ਨਾਮ ਰੱਖਿਆ ਗਿਆ ਤੇਗ ਮੱਲ। ਜਦੋਂ ਪਹਿਲੀ ਵਾਰੀ 6ਵੇਂ ਪਾਤਸ਼ਾਹ ਨੇ ਆਪਣੇ ਸਪੁੱਤਰ ਦੇ ਦਰਸ਼ਨ ਕੀਤੇ ਤਾਂ ਕਹਿੰਦੇ, ਮੇਰਾ ਇਹ ਸਪੁੱਤਰ ਬਹੁਤ ਵੱਡਾ ਸੰਤ ਹੋਏਗਾ, ਸੂਰਬੀਰ ਯੋਧਾ ਹੋਏਗਾ, ਹਿੰਦੂ ਧਰਮ ਦਾ ਰੱਖਿਅਕ ਹੋਵੇਗਾ। ਭਵਿੱਖਬਾਣੀ ਕਰਤੀ। ਇੱਕ ਹੁੰਦਾ ਵਰ ਦੇਣਾ, ਇੱਕ ਹੁੰਦਾ ਭਵਿੱਖਬਾਣੀ ਕਰਨਾ। ਜਿਹੜਾ ਵਰ ਦੇਣਾ ਹੁੰਦਾ ਹੈ ਉਹ ਕਿਸਮਤ 'ਚ ਨਹੀਂ ਲਿਖਿਆ ਹੁੰਦਾ, ਉਹ ਵਰ ਦਿੱਤਾ ਜਾਂਦਾ। ਜਿਹੜੀ ਭਵਿੱਖਬਾਣੀ ਹੈ ਉਹ ਕਿਸਮਤ ਨੂੰ ਵੇਖ ਕੇ ਕੀਤੀ ਜਾਂਦੀ ਹੈ ਕਿ ਭਵਿੱਖ 'ਚ ਕੀ ਹੋਵੇਗਾ। ਕਹਿੰਦੇ ਬਹੁਤ ਵੱਡਾ ਸੰਤ ਹੋਏਗਾ, ਸੂਰਬੀਰ ਯੋਧਾ ਹੋਏਗਾ, ਹਿੰਦੂ ਧਰਮ ਦਾ ਰੱਖਿਅਕ ਹੋਏਗਾ। 6ਵੇਂ ਪਾਤਸ਼ਾਹ ਦੇ 5 ਸਾਹਿਬਜ਼ਾਦੇ ਸਨ। ਗੁਰੂਆਂ ਦੇ ਪੁੱਤਰਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਸਿੱਖ ਧਰਮ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸਭ ਤੋਂ ਛੋਟੇ ਸਪੁੱਤਰ ਸਨ ਉਹਨਾਂ ਦੇ। ਆਪਣਾ ਆਪਣਾ ਹਰ ਬੱਚੇ ਦਾ ਸੁਭਾਅ ਹੁੰਦਾ ਹੈ। ਸ਼ੁਰੂ ਤੋਂ ਹੀ ਆਪ ਜੀ ਭਜਨ ਬੰਦਗੀ ਵਾਲੇ ਪਾਸੇ ਲੱਗੇ। 1629 ਈਸਵੀ ਨੂੰ ਜਲੰਧਰ ਜ਼ਿਲ੍ਹੇ 'ਚ ਕਰਤਾਰਪੁਰ ਨਗਰ ਹੈ, ਉੱਥੋਂ ਦੇ ਸ਼੍ਰੀ ਲਾਲ ਚੰਦ ਜੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਆਪ ਜੀ ਦੀ ਸ਼ਾਦੀ ਹੋਈ। 1634 ਈਸਵੀ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ 13 ਸਾਲ ਦੇ ਸਨ, 6ਵੇਂ ਪਾਤਸ਼ਾਹ ਦੀ ਮੁਗਲਾਂ ਨਾਲ ਚੌਥੀ ਅਤੇ ਆਖਰੀ ਲੜਾਈ ਹੋਈ ਕਰਤਾਰਪੁਰ 'ਚ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਲਵਾਰ ਦੇ ਬਹੁਤ ਜੌਹਰ ਵਿਖਾਏ, ਬੜੀ ਬਹਾਦਰੀ ਨਾਲ ਲੜਾਈ 'ਚ ਹਿੱਸਾ ਲਿਆ। 6ਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਤੇਗ ਮੱਲ ਤੋਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਅਤੇ ਆਪ ਜੀ ਇਤਿਹਾਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਰਕੇ ਪ੍ਰਸਿੱਧ ਹੋ ਗਏ। 1634 ਜਦੋਂ ਲੜਾਈ ਸਮਾਪਤ ਹੋਈ ਹੈ, 6ਵੇਂ ਪਾਤਸ਼ਾਹ ਪਰਿਵਾਰ ਸਮੇਤ ਕੀਰਤਪੁਰ ਨਗਰ 'ਚ ਆ ਗਏ। ਇੱਥੇ ਰਹਿਣ ਲੱਗ ਪਏ ਨੇ। 9ਵੇਂ ਪਾਤਸ਼ਾਹ ਨੇ ਇੱਥੇ ਵੀ ਇੱਕ ਭੋਰਾ ਖੁਦਵਾਇਆ ਹੈ। ਉਹ ਭੋਰੇ 'ਚ ਬੈਠ ਕੇ ਭਜਨ ਬੰਦਗੀ ਕਰਦੇ ਰਹਿੰਦੇ ਨੇ। ਅਜੇ ਵੀ ਭੋਰਾ ਸਾਹਿਬ ਹੈ, ਕਦੇ ਕੀਰਤਪੁਰ ਸਾਹਿਬ ਜਾਵੋ, ਦਰਸ਼ਨ ਕਰ ਆਓ। ਭੋਰੇ 'ਚ ਬੈਠ ਕੇ ਭਜਨ ਬੰਦਗੀ ਕਰਦੇ ਰਹੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ 1644 ਦਾ ਆ ਗਿਆ। 1644 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਉਹਨਾਂ ਨੇ ਆਪਣੀ ਥਾਂ 'ਤੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ, ਬਾਬਾ ਗੁਰਦਿੱਤਾ ਜੀ ਦੇ ਅੱਗੇ 2 ਲੜਕੇ ਸਨ, ਇੱਕ ਧੀਰ ਮੱਲ, ਇੱਕ ਹਰ ਰਾਏ ਜੀ। ਧੀਰ ਮੱਲ ਕਰਤਾਰਪੁਰ ਦੀ ਲੜਾਈ 'ਚ ਦੁਸ਼ਮਣ ਨਾਲ ਰਲ ਗਿਆ ਸੀ, ਇਸ ਲਈ ਉਹਨੂੰ ਗੁਰਗੱਦੀ ਨਹੀਂ ਸੀ ਦਿੱਤੀ ਜਾ ਸਕਦੀ। ਹਰ ਰਾਏ ਜੀ ਯੋਗ ਸਨ, 6ਵੇਂ ਪਾਤਸ਼ਾਹ ਨੇ ਉਹਨਾਂ ਨੂੰ ਗੁਰਗੱਦੀ ਦੇ ਦਿੱਤੀ।
ਛੇਵੇਂ ਪਾਤਸ਼ਾਹ ਦੇ ਜਿਹੜੇ ਮਹਿਲ ਸਨ ਪਵਸ ਪਤਨੀ ਮਾਤਾ ਨਾਨਕੀ ਜੀ, ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਆਪਣੇ ਪੇਕੇ ਪਿੰਡ ਬਕਾਲੇ ਆ ਗਏ, ਇੱਥੇ ਰਹਿਣ ਲੱਗ ਪਏ। ਇੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੋਰਾ ਬਣਵਾਇਆ, ਭੋਰੇ 'ਚ ਬੈਠ ਕੇ ਭਜਨ ਬੰਦਗੀ ਕਰਦੇ ਰਹੇ, ਸਾਲਾਂ ਵਧੀ। 1664 ਈਸਵੀ ਆ ਗਈ। 8ਵੇਂ ਪਾਤਸ਼ਾਹ ਉਦੋਂ ਦਿੱਲੀ ਗਏ ਹੋਏ ਸਨ, ਉਹਨਾਂ ਦਾ ਅੰਤਮ ਸਮਾਂ ਆ ਗਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ? ਅਤੇ 8ਵੇਂ ਪਾਤਸ਼ਾਹ ਨੇ ਸਿਰਫ ਇੰਨੇ ਕਿਹਾ, ਬਾਬਾ ਬਕਾਲੇ। ਤਾਂ ਜਦੋਂ ਇਹ ਖਬਰ ਬਕਾਲੇ ਪਹੁੰਚੀ ਤਾਂ ਬੇਦੀਆਂ ਨੇ, ਸੋਢੀਆਂ ਨੇ ਆ ਕੇ 22 ਮੰਜੀਆਂ ਡਾਲੀਆਂ, ਆਪਣੇ ਆਪ ਨੂੰ ਗੁਰੂ ਕਹਿਲਾਉਣ ਲੱਗ ਪਏ। ਧੀਰਮਲ ਵੀ ਗੁਰੂ ਗ੍ਰੰਥ ਸਾਹਿਬ ਲੈ ਕੇ ਆ ਗਿਆ ਹੈ। ਉਹ ਬਹੁਤ ਹੀ ਪ੍ਰਚਾਰ ਕਰਦਾ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ, ਮੈਂ ਗੁਰੂ ਹਾਂ। ਇੰਨੇ ਸਮੇਂ 'ਚ ਪਾਕਿਸਤਾਨ ਦਾ ਜ਼ਿਲ੍ਹਾ ਹੈ ਜੇਹਲਮ, ਉੱਥੋਂ ਦੇ ਇੱਕ ਵਪਾਰੀ ਸੀ ਮੱਖਣ ਸ਼ਾਹ ਲਵਾਣਾ। ਉਹ ਬਾਹਰਲੇ ਦੇਸ਼ਾਂ 'ਚ ਵਪਾਰ ਕਰਿਆ ਕਰਦਾ ਸੀ। ਜਦੋਂ ਵਾਪਸ ਆ ਰਿਹਾ ਸੀ ਸਮਾਨ ਲੱਦ ਕੇ ਜਹਾਜ਼ 'ਤੇ, ਉਹਦਾ ਜਹਾਜ਼ ਰੇਤੇ 'ਚ ਫਸ ਗਿਆ, ਨਿਕਲਦਾ ਨਹੀਂ ਹੈ। ਜਿਹੜੇ ਨਾਲ ਮਕੈਨਿਕ ਸਨ ਉਹਨਾਂ ਵੀ ਸਾਰਾ ਜ਼ੋਰ ਲਾਇਆ, ਨਹੀਂ ਗੱਲ ਬਣਦੀ। ਜਿਹੜਾ ਸਿੱਖ ਹੁੰਦਾ ਹੈ ਉਹ ਫਿਰ ਆਪਣੇ ਗੁਰੂ ਦਾ ਓਟ ਆਸਰਾ ਲੈਂਦਾ ਹੈ। ਉਹਨੂੰ ਨਹੀਂ ਸੀ ਪਤਾ ਕਿ ਇਸ ਵੇਲੇ, ਕਿਉਂਕਿ ਕਈ ਸਾਲਾਂ ਬਾਅਦ ਮੁੜਦੇ ਸਨ, ਇਸ ਤਰ੍ਹਾਂ ਦੀਆਂ ਅੱਜ ਦੀਆਂ ਸਹੂਲਤਾਂ ਨਹੀਂ ਸਨ, ਇਸ ਲਈ ਉਹਨੂੰ ਨਹੀਂ ਸੀ ਪਤਾ ਕਿ ਗੁਰੂ ਨਾਨਕ ਦੀ ਗੁਰਗੱਦੀ 'ਤੇ ਇਸ ਵੇਲੇ ਕਿਹੜਾ ਗੁਰੂ ਹੈ। ਉਹਨੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਧਿਆਨ ਧਰ ਕੇ ਅਰਦਾਸ ਕਰਦੇ ਵੀ ਜਿਹੜੇ ਵੀ ਇਸ ਵੇਲੇ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਹੋ, ਮੇਰਾ ਜਹਾਜ਼ ਸਹੀ ਸਲਾਮਤ ਕੰਢੇ ਲੱਗ ਜੇ, ਮੈਂ ਸੌਦਾ ਵੇਚ ਕੇ 500 ਮੋਹਰਾਂ ਲੈ ਕੇ ਗੁਰੂ ਮਹਾਰਾਜ ਨੂੰ ਭੇਟ ਕਰਾਂਗਾ। ਉਹਦਾ ਜਹਾਜ਼ ਕੰਢੇ ਲੱਗ ਗਿਆ। ਉਹਨੇ ਸਮਾਨ ਸਮੂਨ ਸਾਰਾ ਵੇਚਿਆ, ਪਤਾ ਕੀਤਾ ਵੀ ਇਸ ਵੇਲੇ ਗੁਰੂ ਕਿੱਥੇ ਨੇ। ਕਿਸੇ ਦੱਸਿਆ ਵੀ ਬਾਬੇ ਬਕਾਲੇ ਨੇ। ਉਹ 500 ਮੋਹਰਾਂ ਲੈ ਕੇ ਜਿਹੜੇ ਉਹਨੇ ਸੁੱਖੀਆਂ ਸਨ, ਨਾਲ ਆਪਣੇ ਸਾਥੀ ਲੈ ਕੇ ਬਾਬਾ ਬਕਾਲੇ ਪਹੁੰਚ ਗਏ। ਅੱਗੇ ਕੀ ਦੇਖਦਾ ਵੀ ਉੱਥੇ ਤੇ 22 ਗੁਰੂ ਬਣੇ ਬੈਠੇ ਨੇ। ਹੁਣ ਵਪਾਰੀ ਸੀ, ਸਿਆਣਾ ਸੀ ਵੀ ਕਿਸੇ ਕੌਮ ਦਾ ਇੱਕ ਸਮੇਂ ਇੱਕੋ ਹੀ ਗੁਰੂ ਹੋ ਸਕਦਾ ਹੈ, ਇੰਨੇ ਤੇ ਹੋ ਨਹੀਂ ਸਕਦੇ। ਹੁਣ ਜੇ ਸਿੱਖ ਕੌਮ ਨੂੰ ਪੁੱਛੇ ਵੀ ਸਿੱਖ ਕੌਮ ਦਾ ਗੁਰੂ ਕੌਣ ਹੈ, ਤਾਂ ਅਗਲੇ ਕਹਿਣਗੇ ਗੁਰੂ ਗ੍ਰੰਥ ਸਾਹਿਬ। ਇੱਕ ਸਮੇਂ ਇੱਕੋ ਹੀ ਗੁਰੂ ਹੁੰਦਾ ਹੈ। ਉਹ ਕਹਿੰਦਾ ਚਲੋ ਇਹਨਾਂ ਨੂੰ ਕੀ ਪਤਾ ਮੈਂ ਕੀ ਸੁੱਖਿਆ ਸੀ, ਦੇਖਦਾ। ਉਹਨੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰਤਾ। ਸਾਰੇ ਅਸੀਸਾਂ ਦਿੰਦੇ ਗਏ। ਕਿਸੇ ਨੇ ਵੀ 500 ਮੋਹਰ ਨਹੀਂ ਮੰਗੀ। ਉਹਨੇ ਕਿਹਾ ਨਹੀਂ, ਇਹਨਾਂ 'ਚ ਕੋਈ ਅਸਲੀ ਗੁਰੂ ਨਹੀਂ, ਗੁਰੂ ਤਾਂ ਜਾਣੀ ਜਾਣ ਹੁੰਦੇ ਨੇ। ਉਹਨੇ ਪੁੱਛਿਆ ਇੱਥੇ ਕੋਈ ਹੋਰ ਵੀ ਸੰਤ ਮਹਾਤਮਾ ਰਹਿੰਦਾ? ਕਹਿੰਦੇ ਹਾਂ, ਇੱਕ ਤੇਗਾ ਰਹਿੰਦਾ, ਉਹ ਭੋਰੇ 'ਚ ਹੀ ਰਹਿੰਦੇ, ਕਦੇ ਕਦੇ ਬਾਹਰ ਨਿਕਲਦਾ। ਆਪ ਜੀ ਪੁੱਛ ਕੇ ਉੱਥੇ ਪਹੁੰਚ ਗਏ। ਮਾਤਾ ਨਾਨਕੀ ਜੀ ਤੋਂ ਆਗਿਆ ਲੈ ਕੇ ਭੋਰੇ 'ਚ ਚਲੇ ਗਏ। ਜਾ ਕੇ 2 ਮੋਹਰਾਂ ਮੱਥਾ ਟੇਕੇ। ਨੌਵੇਂ ਪਾਤਸ਼ਾਹ ਕਹਿੰਦੇ ਗੁਰਮੁਖਾ,
ਸਾਨੂੰ ਮਾਇਆ ਦਾ ਕੋਈ ਲਾਲਚ ਨਹੀਂ ਹੈ, ਪਰ ਤੂੰ ਤੇ 500 ਮੋਹਰਾਂ ਸੁਖੀਆਂ ਸਨ ਤੇ ਹੁਣ 2 ਨਾਲ ਹੀ ਗੁਜ਼ਾਰਾ ਕਰਨ ਲੱਗੇ। ਉਹ ਸਮਝ ਗਿਆ ਵੀ ਆਹੀ ਅਸਲੀ ਪਰਨਾ ਪੁਰਾਣੇ ਜ਼ਮਾਨੇ 'ਚ ਮੋਢੇ 'ਤੇ ਰੱਖਦੇ ਹੁੰਦੇ ਸਨ। ਉਹ ਉਸੇ ਕੋਠੇ 'ਤੇ ਚੜ੍ਹ ਗਿਆ ਜਿੱਥੇ ਭੋਰਾ ਸੀ। ਕੋਠੇ 'ਤੇ ਚੜ੍ਹ ਕੇ ਆਵਾਜ਼ ਮਾਰਦਾ, ਗੁਰਲਾਦ ਹੋ ਰਹੇ, ਗੁਰਲਾਦ ਹੋ ਰਹੇ। ਸਾਰੇ ਲੋਕ ਉੱਥੇ ਆ ਗਏ। ਉਹਨੇ ਲੋਕਾਂ ਨੂੰ ਦੱਸਿਆ ਵੀ ਆਹ ਗੱਲ ਹੈ। ਫਿਰ ਗੁਰੂ ਮਹਾਰਾਜ ਬੇਨਤੀ ਕੀਤੀ ਤੁਸੀਂ ਸੰਗਤ ਨੂੰ ਦਰਸ਼ਨ ਦਿਓ। ਗੁਰੂ ਮਹਾਰਾਜ ਪ੍ਰਗਟ ਹੋਏ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰਗੱਦੀ ਦਾ ਤਿਲਕ 1664 ਈਸਵੀ 'ਚ ਬਾਬੇ ਬਕਾਲੇ ਹੀ ਲਾਇਆ ਗਿਆ। ਜਦੋਂ ਆਪ ਜੀ ਗੁਰੂ ਬਣ ਗਏ, ਆਪ ਜੀ ਨੇ ਕਿਹਾ ਚਲੋ ਅੰਮ੍ਰਿਤਸਰ ਮੱਥਾ ਟੇਕੀਏ, ਕਿਉਂਕਿ 6ਵੇਂ ਪਾਤਸ਼ਾਹ ਅੰਮ੍ਰਿਤਸਰ ਛੱਡ ਗਏ ਸਨ। ਉਹ ਤੋਂ ਬਾਅਦ ਕੋਈ ਆਇਆ ਨਹੀਂ ਸੀ। ਜਦੋਂ ਅੰਮ੍ਰਿਤਸਰ ਆਏ, ਪੁਜਾਰੀਆਂ ਨੇ ਦੇਖਿਆ ਵੀ ਉਹ ਹੁਣ ਜਿਹੜਾ ਹੈ ਸਾਡੀ ਚੌਧਰ 'ਤੇ ਗਈ, ਗੁਰੂ ਆ ਗਏ। ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਜਿੰਦਰਾ ਲਾ ਕੇ ਘਰਾਂ ਨੂੰ ਚਲੇ ਗਏ। ਜਿੱਥੇ ਥੜਾ ਸਾਹਿਬ ਗੁਰਦੁਆਰਾ ਹੈ, ਉੱਥੇ ਆਪ ਜੀ ਉੱਥੇ ਬੈਠ ਗਏ। ਕੁਝ ਦੇਰ ਬੈਠ ਕੇ ਆਪ ਜੀ ਉੱਥੋਂ ਚੱਲ ਪਏ ਵੀ ਇਹ ਨਹੀਂ ਖੋਲ੍ਹਦੇ ਜਿੰਦਰਾ। ਚਲੋ ਇਹਨਾਂ ਦੀ ਮਰਜ਼ੀ ਹੈ। ਆਪ ਜੀ ਰਾਜਾ ਦੀਪ ਚੰਦ ਕਹਿਲੂਰੀਆ ਹਿਮਾਚਲ ਦਾ, ਉਹਨੂੰ ਮਿਲੇ। ਮਾਖੋਵਾਲ ਪਿੰਡ ਦੀ ਸਾਰੀ ਜ਼ਮੀਨ ਉਸ ਤੋਂ ਖਰੀਦੀ ਅਤੇ ਆਨੰਦਪੁਰ ਸਾਹਿਬ ਨਗਰ ਵਸਾਉਣਾ ਸ਼ੁਰੂ ਕਰਤਾ। ਨਗਰ ਵਸਣਾ ਸ਼ੁਰੂ ਹੋ ਗਿਆ ਹੈ। ਦੁਕਾਨਾਂ ਬਣਨੀਆਂ ਸ਼ੁਰੂ ਹੋ ਗਈਆਂ, ਘਰ ਬਣਨੇ ਸ਼ੁਰੂ ਹੋ ਗਏ, ਸਰੋਵਰ ਬਣਨੇ ਸ਼ੁਰੂ ਹੋ ਗਏ, ਖੂਹ ਪੁੱਟਣੇ ਸ਼ੁਰੂ ਹੋ ਗਏ, ਲੰਗਰ ਚਾਲੂ ਹੋ ਗਏ। ਹੌਲੀ ਹੌਲੀ ਕਾਫੀ ਰੌਣਕਾਂ ਹੋ ਗਈਆਂ। ਰੋਪੜ ਦੇ ਵਿੱਚ ਇੱਕ ਮੌਲੇ ਸ਼ਾਹ ਫਕੀਰ ਰਹਿੰਦਾ ਸੀ, ਮੁਸਲਮਾਨ। ਉਹ ਅਨੰਦਪੁਰ ਸਾਹਿਬ ਆਇਆ। ਉਹਨੂੰ ਪਤਾ ਲੱਗਾ ਕਿ ਇੱਥੇ 9ਵੇਂ ਗੁਰੂ ਮਹਾਰਾਜ ਆਏ ਹਨ। ਉਹ ਗੁਰੂ ਮਹਾਰਾਜ ਨੂੰ ਮਿਲਿਆ ਅਤੇ ਕਹਿੰਦਾ ਵੀ ਤੁਸੀਂ ਤੇ ਫਕੀਰ ਹੋ। ਆਪਾਂ ਸੰਤ ਕਹਿੰਦੇ ਹਾਂ, ਮੁਸਲਮਾਨ ਫਕੀਰ ਕਹਿੰਦੇ। ਤੁਸੀਂ ਤੇ ਫਕੀਰ ਹੋ ਅਤੇ ਫਕੀਰਾਂ ਨੂੰ ਆ ਬਿਲਡਿੰਗਾਂ ਨਾਲ ਕੀ ਲੈਣਾ ਦੇਣਾ ਹੈ? ਤੁਸੀਂ ਕਿਤੇ ਸਰੋਵਰ ਬਣਾ ਰਹੇ ਹੋ, ਕਿਤੇ ਖੂਹ ਲਵਾ ਰਹੇ ਹੋ, ਕਿਤੇ ਦੁਕਾਨਾਂ ਖੋਲ੍ਹ ਰਹੇ ਹੋ, ਕਿਤੇ ਘਰ ਬਣਾ ਰਹੇ ਹੋ, ਲੰਗਰ ਲਾ ਰਹੇ ਹੋ। ਤੁਸੀਂ ਆਪਣਾ ਭਜਨ ਬੰਦਗੀ ਕਰੋ, ਤੁਹਾਨੂੰ ਇਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ ਹੈ? ਉਹ ਕਹਿੰਦੇ ਫਕੀਰ ਜੀ ਤੁਸੀਂ ਠਹਿਰੋ, ਲੰਗਰ ਪਾਣੀ ਛਕੋ। ਹੁਣ ਰਾਤ ਪੈ ਗਈ ਹੈ, ਤੁਸੀਂ ਇੱਥੇ ਰਹੋ, ਸਵੇਰੇ ਚਲੇ ਜਾਓ। ਉਹਨੂੰ ਲੰਗਰ ਪਾਣੀ ਛਕਾਇਆ, ਉਹਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਮੌਲੇ ਸ਼ਾਹ ਦੇ। ਮੌਲੇ ਸ਼ਾਹ ਨੂੰ ਰਾਤ ਨੂੰ ਸੁਪਨਾ ਆਇਆ। ਉਹ ਸੁਪਨੇ ਦੇ ਵਿੱਚ ਸਵਰਗ ਚਲੇ ਗਿਆ। ਸਵਰਗ ਵਿੱਚ ਕੀ ਦੇਖਦਾ ਹੈ ਕਿ ਇੱਕ ਬੰਦੇ ਦੀ ਬਹੁਤ ਜ਼ਿਆਦਾ ਮਾਨਤਾ ਹੋ ਰਹੀ ਹੈ, ਉਹਦੀ ਪੂਜਾ ਹੋ ਰਹੀ ਹੈ। ਉਹਦੇ ਕੋਲ ਗਿਆ ਮੌਲੇ ਸ਼ਾਹ, ਕਹਿੰਦਾ ਵੀ ਤੁਸੀਂ ਮਹਾਤ ਲੋਕ ਦੇ ਵਿੱਚ ਕਿਹੜਾ ਕੰਮ ਕੀਤਾ ਜਿਸ ਕਾਰਨ ਤੁਹਾਨੂੰ ਸਵਰਗ ਮਿਲਿਆ ਅਤੇ ਇੰਨਾ ਤੁਹਾਡਾ ਆਦਰ ਮਾਣ ਹੋ ਰਿਹਾ ਹੈ? ਉਹ ਕਹਿੰਦਾ ਭਾਈ ਮਹਾਤ ਲੋਕ ਦੇ ਵਿੱਚ ਮੈਂ ਤਾਂ ਸ਼ੇਰ ਸੀ। ਉਹ ਕਹਿੰਦਾ ਸ਼ੇਰ ਕਿਵੇਂ ਸਵਰਗ 'ਚ ਆ ਸਕਦਾ ਹੈ? ਉਹ ਤਾਂ ਪਸ਼ੂ ਹੈ। ਉਹ ਕਹਿੰਦਾ ਸੁਣ, ਮੈਂ ਸੀ ਸ਼ੇਰ, ਪਹਾੜ ਦੀ ਗੁਫਾ 'ਚ ਰਿਹਾ ਕਰਦਾ ਸੀ। ਇੱਕ ਦਿਨ ਸ਼ਾਮ ਨੂੰ ਬਰਫ਼ ਦੀ ਹਨੇਰੀ ਆ ਗਈ, ਬਰਫ਼ ਪੈਣ ਲੱਗ ਗਈ ਹੈ, ਬੜੀ ਤੇਜ਼ ਹਵਾ ਹੋ ਗਈ ਹੈ। ਤੁਹਾਡੇ 'ਚ ਬਹੁਤਿਆਂ ਨੇ ਪਹਾੜਾਂ 'ਤੇ ਬਰਫ਼ ਪੈਂਦੀ ਅੱਖਾਂ ਨਾਲ ਨਹੀਂ ਵੇਖੀ ਹੋਣੀ। ਜਦੋਂ ਬਰਫ਼ ਪੈਂਦੀ ਹੈ ਜੀ ਉੱਤੋਂ ਰੂੰ ਡਿੱਗਦੇ ਨਾ, ਰੂੰ ਇਸ ਤਰ੍ਹਾਂ ਡਿੱਗਦੀ ਹੈ।
ਹੇਠਾਂ ਆ ਕੇ ਠੰਡੀ ਹੋ ਕੇ ਫਿਰ ਜੰਮ ਜਾਂਦੀ ਹੈ। ਤਾਂ ਬਹੁਤ ਜ਼ਿਆਦਾ ਠੰਡ ਹੋ ਗਈ। ਕਹਿੰਦੇ ਮੈਂ ਜਦੋਂ ਸ਼ਾਮ ਨੂੰ ਆਪਣੀ ਗੁਫਾ 'ਚ ਆਇਆ, ਗੁਫਾ ਦੇ ਨੇੜੇ ਜਦੋਂ ਮੈਂ ਦੇਖਦਾ ਵੀ ਅੰਦਰ ਤੇ 2 ਸਾਧੂ ਬੈਠੇ ਨੇ। ਕਹਿੰਦਾ ਮੈਂ ਸੋਚਿਆ ਵੀ ਜੇ ਮੈਂ ਗੁਫਾ ਦੇ ਵਿੱਚ ਗਿਆ, ਇਹ ਤੇ ਵਿਚਾਰੇ ਡਰ ਕੇ ਬਾਹਰ ਨਿਕਲ ਜਾਣਗੇ, ਤੇ ਬਾਹਰ ਤੇ ਪੈ ਰਹੀ ਬਰਫ਼, ਇਹ ਤੇ ਠੰਡ ਨਾਲ ਮਰ ਜਾਣਗੇ। ਤੇ ਚਲੋ ਇਹ ਮੇਰੇ ਘਰ ਆਏ ਨੇ, ਇਹਨਾਂ ਨਾਲ ਠੀਕ ਵਿਹਾਰ ਕਰਨਾ ਚਾਹੀਦਾ। ਕਹਿੰਦਾ ਮੈਂ ਬਾਹਰ ਹੀ ਖਲੋ ਗਿਆ ਵੀ ਚਲੋ ਇਹ ਆਰਾਮ ਕਰਨ, ਰਾਤ ਹੈਗੀ। ਇੰਨੀ ਬਰਫ਼ ਪਈ ਕਿ ਮੈਂ ਖਲੋਤਾ ਖਲੋਤਾ ਹੀ ਮਰ ਗਿਆ, ਤੇ ਸਿੱਧਾ ਹੀ ਕਹਿੰਦਾ ਸਵਰਗ ਨੂੰ ਆ ਗਿਆ। ਇਸ ਲਈ ਕਹਿੰਦੇ ਫਕੀਰ ਜੀ, ਲੋੜਵੰਦ ਦੀ ਸਹਾਇਤਾ ਕਰੀਦੀ ਹੁੰਦੀ ਹੈ। ਫਕੀਰ ਦਾ ਸੁਪਨਾ ਟੁੱਟ ਗਿਆ। ਸਵੇਰੇ ਗੁਰੂ ਮਹਾਰਾਜ ਨੂੰ ਆ ਕੇ ਮੱਥਾ ਟੇਕਦਾ, ਕਹਿੰਦੇ ਮਹਾਰਾਜ ਜੀ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ, ਕਿ ਤੁਸੀਂ ਲੋਕ ਭਲਾਈ ਦੇ ਕੰਮ ਕਰ ਰਹੇ ਹੋ, ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ। ਗੁਰੂ ਮਹਾਰਾਜ ਜਦੋਂ ਨਗਰ ਵਸ ਰਿਹਾ ਸੀ, ਆਪ ਇਹ ਸੋਚਿਆ ਵੀ ਆਲੇ ਦੁਆਲੇ ਦੇ ਇਲਾਕੇ 'ਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ। ਆਪ ਜੀ ਚਲਦੇ ਚਲਦੇ ਹੰਡਿਆਏ ਪਿੰਡ ਪਹੁੰਚੇ। ਇਹ ਸਾਰਾ ਪਿੰਡ ਮੁਸਲਮਾਨ ਪੀਰਾਂ ਫਕੀਰਾਂ ਨੂੰ ਮੰਨਦਾ ਸੀ। ਇੱਥੋਂ ਦਾ ਜਿਹੜਾ ਨੰਬਰਦਾਰ ਸੀ, ਉਹਦਾ ਮੁੰਡਾ ਬਹੁਤ ਸਾਲਾਂ ਤੋਂ ਬਿਮਾਰ ਸੀ ਅਤੇ ਠੀਕ ਨਹੀਂ ਸੀ ਹੋ ਰਿਹਾ। ਗੁਰੂ ਮਹਾਰਾਜ ਜਦੋਂ ਇੱਥੇ ਆਏ, ਉਹ ਨੰਬਰਦਾਰ ਭਾਵੇਂ ਪੀਰਾਂ ਦੀਆਂ ਸਮਾਧਾਂ ਨੂੰ ਮੰਨਦਾ ਹੁੰਦਾ ਸੀ, ਪਰ ਉਹਨੇ ਕਿਹਾ ਕੋਈ ਸੰਤ ਮਹਾਤਮਾ ਆਏ ਨੇ, ਚਲੋ ਬੇਨਤੀ ਕਰ ਲੈਂਦੇ। ਉਦੋਂ ਗੁਰੂ ਮਹਾਰਾਜ ਇੱਕ ਟੋਭਾ, ਜਿਹਨੂੰ ਛੱਪੜ ਕਹਿੰਦੇ, ਉਹਦੇ ਕਿਨਾਰੇ ਬੈਠੇ ਨੇ। ਉਹ ਆਇਆ ਵੀ ਜੀ ਮੇਰਾ ਲੜਕਾ ਬਹੁਤ ਸਾਲਾਂ ਤੋਂ ਬਿਮਾਰ ਹੈ, ਇਹ ਠੀਕ ਨਹੀਂ ਹੋ ਰਿਹਾ। ਗੁਰੂ ਮਹਾਰਾਜ ਕਿਹਾ ਸਾਹਮਣੇ ਟੋਭਾ ਹੈ, ਛੱਪੜ ਹੈ, ਇਹਦੇ ਵਿੱਚ ਇਸ ਨੂੰ ਇਸ਼ਨਾਨ ਕਰਾ ਦੇ, ਠੀਕ ਹੋ ਜਾਏਗਾ। ਉਹਨੇ ਇਸ਼ਨਾਨ ਕਰਾਤਾ, ਬੱਚਾ ਤੰਦਰੁਸਤ ਹੋ ਗਿਆ। ਉਹ ਸਿੱਖ ਬਣ ਗਿਆ ਹੈ ਨੰਬਰਦਾਰ। ਉਹਨੂੰ ਵੇਖ ਕੇ ਸਾਰਾ ਪਿੰਡ ਹੀ ਪੀਰਾਂ ਫਕੀਰਾਂ ਨੂੰ ਪੂਜਣਾ ਛੱਡ ਕੇ ਸਿੱਖ ਬਣ ਗਿਆ ਹੈ। ਅਤੇ ਜਿਸ ਟੋਭੇ ਦੇ ਵਿੱਚ ਇਸ਼ਨਾਨ ਕਰਾਇਆ ਸੀ ਨਾ ਉਹਨੂੰ, ਉਹਦਾ ਨਾਂ ਅੱਜ ਕੱਲ੍ਹ ਹੈ ਗੁਰੂ ਸਰ। ਉਹ ਗੁਰੂ ਸਰ, ਸਰ ਸਰੋਵਰ ਨੂੰ ਕਹਿੰਦੇ, ਗੁਰੂ ਸਰ ਬਣ ਗਿਆ। ਉੱਥੋਂ ਆਪ ਜੀ ਮੌੜ ਪਿੰਡ ਹੈ, ਮੌੜ ਮੰਡੀ ਦੇ ਕੋਲ ਮੌੜ ਪਿੰਡ ਹੈ, ਉੱਥੇ ਆਏ। ਉੱਥੇ ਇੱਕ ਛਤਰੀਦਾਰ ਜੰਡ ਦਾ ਦਰਖਤ ਸੀ, ਜਿਸ 'ਤੇ ਬਹੁਤ ਸਾਰੇ ਭੂਤ ਪ੍ਰੇਤ ਰਹਿੰਦੇ ਸਨ। ਲੋਕ ਬੜੇ ਦੁਖੀ ਸਨ ਉਹਨਾਂ ਭੂਤਾਂ ਪ੍ਰੇਤਾਂ ਤੋਂ। ਲੋਕ ਜਿਹੜੇ ਮੁਖੀਏ ਸਨ, ਉਹ ਗੁਰੂ ਮਹਾਰਾਜ ਕੋਲ ਆਏ ਵੀ ਇਹ ਭੂਤ ਪ੍ਰੇਤ ਸਾਨੂੰ ਬੜਾ ਤੰਗ ਕਰਦੇ ਨੇ। ਗੁਰੂ ਮਹਾਰਾਜ ਕਹਿੰਦੇ ਸ਼ਾਮ ਨੂੰ ਸਾਰੇ ਰੋਟੀ ਪਾਣੀ ਖਾ ਕੇ ਨਾ ਇੱਥੇ ਆ ਕੇ ਇਕੱਠੇ ਹੋ ਜਾਓ। ਗੁਰੂ ਮਹਾਰਾਜ ਕਹਿੰਦੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿਓ। ਸਾਰੀ ਰਾਤ ਜਾਪ ਕਰਨਾ ਆਪਾਂ ਨੇ ਰਲ ਕੇ। ਜਾਪ ਸ਼ੁਰੂ ਹੋ ਗਿਆ। ਰਾਤ ਦੇ 12 ਜਦੋਂ ਵਜੇ ਸਭ ਭੂਤ ਪ੍ਰੇਤ ਭੱਜ ਭੁੱਜ ਗਏ ਉੱਥੋਂ। ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਅਤੇ ਉਹ ਜਿਹੜੇ ਜੰਡ ਦੇ ਨਾਲ ਛੱਪੜ ਸੀ, ਉਹਦਾ ਨਾਂ ਹੋ ਗਿਆ ਜੰਡ ਸਰ। ਜੰਡ ਸਰ ਸਰੋਵਰ ਨਾਮ ਪੈ ਗਿਆ। ਹੁਣ ਤਾਂ ਬਹੁਤ ਵੱਡਾ। ਜੇ ਮੈਂ 10ਵੀਂ 'ਚ ਉੱਥੇ ਪੜ੍ਹਦਾ ਹੁੰਦਾ ਸੀ, ਮੌੜ ਮੰਡੀ ਪੜ੍ਹਦਾ ਸੀ, ਮੌੜ ਪਿੰਡ 'ਚ ਰਿਹਾ ਕਰਦੇ ਸੀ ਅਸੀਂ। ਉੱਥੇ ਬਹੁਤ ਵੱਡਾ ਗੁਰਦੁਆਰਾ ਜੰਡ ਸਰ ਗੁਰਦੁਆਰਾ ਬਣਿਆ ਹੋਇਆ ਹੈ ਯਾਦ ਦੇ ਵਿੱਚ। ਉੱਥੋਂ ਅੱਗੇ ਆਪ ਜੀ ਚੱਲਦੇ ਚੱਲਦੇ ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ ਜਿਹਨੂੰ ਕਹਿੰਦੇ ਨੇ, ਇੱਥੇ ਆ ਗਏ। ਬਾਹਰ ਡੇਰਾ ਕਰ ਲਿਆ ਹੈ। ਰਾਤੀ ਇੱਕ ਚੋਰ ਆਇਆ, ਉਹਨੇ ਗੁਰੂ ਮਹਾਰਾਜ ਦਾ ਘੋੜਾ ਚੋਰੀ ਕਰ ਲਿਆ।
ਘੋੜਾ ਸਾਰੀ ਰਾਤ ਪਿੰਡ ਦੇ ਦੁਆਲੇ ਹੀ ਚੱਕਰ ਲਾਉਂਦਾ ਰਿਹਾ। ਜਦ ਦਿਨ ਚੜ੍ਹਿਆ ਸਿੱਖਾਂ ਨੇ ਫੜ ਲਿਆ ਚੋਰ। ਚੋਰ ਫੜ ਕੇ ਗੁਰੂ ਮਹਾਰਾਜ ਦੇ ਹਾਜ਼ਰ ਕੀਤਾ ਹੈ। ਚੋਰ ਨੇ ਆਪਣਾ ਸਿਰ ਗੁਰੂ ਮਹਾਰਾਜ ਦੇ ਚਰਨਾਂ 'ਤੇ ਰੱਖਿਆ। 10 ਮਿੰਟ ਰੋਈ ਗਿਆ, ਰੋਈ ਗਿਆ, ਰੋਈ ਗਿਆ। ਫਿਰ ਅਚਾਨਕ ਉੱਠ ਕੇ ਚਲਿਆ ਗਿਆ ਹੈ। ਕੁਝ ਦੂਰੀ 'ਤੇ ਜਾ ਕੇ ਇੱਕ ਦਰਖਤ ਸੀ, ਉਹਦੇ ਨਾਲ ਲਟਕ ਕੇ ਫਾਹਾ ਲੈ ਕੇ ਮਰ ਗਿਆ। ਉੱਥੇ ਹੁਣ ਗੁਰਦੁਆਰਾ ਜਿਹੜਾ ਹੈ ਬਣਿਆ ਹੋਇਆ ਹੈ, ਅਤੇ ਉਹਦਾ ਨਾਂ ਹੈ ਸੂਲੀ ਸਰ। ਆਪ ਜੀ ਕਦੇ ਦਮਦਮਾ ਸਾਹਿਬ ਜਾਓ, ਨੇੜੇ ਹੀ, ਉੱਥੋਂ ਕੋਈ ਬਹੁਤੀ ਦੂਰ ਨਹੀਂ ਹੈ। ਸੂਲੀ ਸਰ ਗੁਰਦੁਆਰਾ ਹੈ। ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਭੈੜੀਆਂ ਆਦਤਾਂ ਨੇ, ਕਿਸੇ ਨੇ ਆਪਣੀ ਸ਼ਰਾਬ ਛਡਾਉਣੀ ਹੈ, ਕਿਸੇ ਨੇ ਚੋਰੀ ਛਡਾਉਣੀ ਹੈ, ਕਿਸੇ ਨੇ ਹੋਰ ਭੈੜੀ ਆਦਤ ਛਡਾਉਣੀ, ਉੱਥੇ ਜਾ ਕੇ ਸੁੱਖ ਨਾ ਸੁੱਖਦੇ ਨੇ। ਉਸੇ ਸੂਲੀ ਸਰ ਗੁਰਦੁਆਰੇ ਦੇ ਵਿੱਚ ਜਾ ਕੇ ਚਲਦੇ ਚਲਦੇ ਅੱਗੇ ਧਮਧਾਨ ਸਾਹਿਬ ਪਹੁੰਚ ਗਏ। ਆਪ ਜੀ ਨੇ ਕਈਆਂ ਨੇ ਦੇਖਿਆ ਵੀ ਉਹਨੇ ਨਗਰ। ਧਮਧਾਨ ਸਾਹਿਬ ਪਹੁੰਚ ਗਏ। ਉੱਥੇ ਰਹਿੰਦਾ ਸੀ ਚੌਧਰੀ ਦੱਗੋ। ਪਹਿਲਾਂ ਦੇਸੀ ਜਿਹੇ ਨਾਮ ਹੋਇਆ ਕਰਦੇ ਸੀ। ਇਹ ਤਾਂ ਹੁਣ ਹੀ ਜਿਹੜਾ ਹੈ ਬੜੇ ਮਾਡਰਨ ਨਾਮ, ਲੰਮੇ ਲੰਮੇ ਨਾਮ ਰੱਖੇ ਹੁੰਦੇ ਨੇ। ਪਹਿਲਾਂ ਬੁੱਧਵਾਰ ਨੂੰ ਪੈਦਾ ਬੁੱਧ ਸਿੰਘ, ਮੰਗਲਵਾਰ ਨੂੰ ਪੈਦਾ ਮੰਗਲ ਸਿੰਘ, ਵੀਰਵਾਰ ਨੂੰ ਪੈਦਾ ਵੀਰ ਸਿੰਘ, ਇਸੇ ਨਾਮ ਰੱਖੇ ਹੁੰਦੇ ਸਨ। ਭਰਾ ਦਾ ਨਾਮ ਮਾਣ ਸਿੰਘ, ਭੈਣ ਦਾ ਨਾਮ ਮਾਣ ਕੌਰ, ਇਸ ਤਰ੍ਹਾਂ ਰੱਖੇ ਹੁੰਦੇ। ਜਿਵੇਂ ਨਾਨਕ ਨਾਨਕੀ ਐਂ ਰੱਖ ਲੈਂਦੇ ਸਨ। ਉੱਥੋਂ ਅੱਗੇ ਚੱਲ ਕੇ ਆਪ ਜੀ ਖਟਕੜ ਨਗਰ ਆਏ। ਲੋਕ ਨਾਸਤਕ ਸਨ, ਕਿਸੇ ਨੇ ਕੋਈ ਸੇਵਾ ਨਹੀਂ ਕੀਤੀ। ਰਾਤ ਨੂੰ ਚੋਰ ਆਏ। ਜਦੋਂ ਚੋਰੀ ਕਰਨ ਲੱਗੇ ਅੰਨੇ ਹੋ ਗਏ। ਜਦੋਂ ਬਾਹਰ ਨਿਕਲੇ ਸੁਜਾਖੇ ਹੋ ਗਏ। ਉਹ ਫਿਰ ਚੋਰੀ ਕਰਨ ਆ ਗਏ। ਜੋ ਫਿਰ ਚੋਰੀ ਕਰਨ ਆ ਗਏ, ਫਿਰ ਅੰਨੇ ਹੋਏ, ਮੁੜ ਕੇ ਸੁਜਾਖੇ ਹੋਈ ਨਹੀਂ। ਸਵੇਰੇ ਸਿੱਖਾਂ ਨੇ ਫੜ ਲਏ, ਗੁਰੂ ਅੱਗੇ ਪੇਸ਼ ਕੀਤੇ, ਮਾਫੀਆਂ ਮੰਗਦੇ ਨੇ ਜੀ, ਸਾਨੂੰ ਸੁਜਾਖੇ ਕਰੋ ਜੀ। ਗੁਰੂ ਮਾਰ ਕੇ ਪਹਿਲਾਂ ਤੋਬਾ ਕਰੋ ਵੀ ਅਸੀਂ ਅੱਗੇ ਤੋਂ ਚੋਰੀ ਨਹੀਂ ਕਰਾਂਗੇ ਅਤੇ ਨਾਮ ਜਪਿਆ ਕਰਾਂਗੇ। ਉਹਨੇ ਕਿਹਾ ਜੀ ਅੱਗੇ ਤੁਸੀਂ ਤੋਬਾ ਕਰਦੇ ਨਾਮ ਜਪਿਆ, ਕਹਿੰਦੇ ਨਾਮ ਜਪਿਆ ਕਰੋ, ਕੁਝ ਦਿਨਾਂ ਬਾਅਦ ਫਿਰ ਤੁਸੀਂ ਸੁਜਾਖੇ ਹੋ ਜਾਓਗੇ। ਅਤੇ ਫਿਰ ਕੁਝ ਦਿਨਾਂ ਬਾਅਦ ਸੁਜਾਖੇ ਹੋ ਗਏ। ਚਲਦੇ ਚਲਦੇ ਆਪ ਜੀ ਬਿਹਾਰ ਪਹੁੰਚ ਗਏ। ਬਿਹਾਰ ਦੇ ਵਿੱਚ ਇੱਕ ਪਿੰਡ ਹੈ ਸਹਿਸਰਾਮ, ਜਿੱਥੇ ਸ਼ੇਰ ਸ਼ਾਹ ਸੂਰੀ ਪੈਦਾ ਹੋਇਆ ਸੀ। ਸ਼ੇਰ ਸ਼ਾਹ ਸੂਰੀ ਨੇ 1540 ਈਸਵੀ ਤੋਂ ਲੈ ਕੇ 1545 ਈਸਵੀ ਦੇ 5 ਸਾਲ ਹੀ ਭਾਰਤ 'ਤੇ ਰਾਜ ਕੀਤਾ। ਸ਼ੇਰ ਸ਼ਾਹ ਸੂਰੀ ਦੇ ਵੇਲੇ ਬਹੁਤ ਜ਼ਿਆਦਾ ਚੋਰੀਆਂ ਹੋਇਆ ਕਰਦੀਆਂ ਸਨ। ਜਦੋਂ ਉਹ ਰਾਜਾ ਬਣਿਆ, ਉਹਨੇ ਐਲਾਨ ਕਰਤਾ ਥਾਣੇਦਾਰਾਂ ਨੂੰ ਅਤੇ ਨੰਬਰਦਾਰਾਂ ਨੂੰ, ਸੁਨੇਹੇ ਭੇਜਤੇ ਕਿ ਜੇ ਤੁਹਾਡੇ ਇਲਾਕੇ 'ਚ ਚੋਰੀ ਹੋ ਗਈ ਅਤੇ 7 ਦਿਨਾਂ ਦੇ ਵਿੱਚ ਵੀ ਤੁਸੀਂ ਚੋਰ ਨਾ ਫੜਿਆ, ਤੁਹਾਨੂੰ ਜਿਹੜਾ ਫਾਹੇ ਟੰਗ ਦਿੱਤਾ ਜਾਏਗਾ। ਇਸ ਤਰ੍ਹਾਂ 300 ਥਾਣੇਦਾਰ ਅਤੇ 300 ਨੰਬਰਦਾਰ ਨੇ ਫਾਹੇ ਟੰਗ 'ਤੇ। ਸ਼ਾਂਤੀ ਹੋ ਗਈ। ਪਤਾ ਨਹੀਂ ਕਿੱਧਰ ਨੂੰ ਗਏ ਚੋਰ। ਕਹਿੰਦੇ ਕਿਸੇ ਨੇ ਘਰ ਨੂੰ ਜਿੰਦਰਾ ਨਹੀਂ ਲਾਉਣਾ, ਮੈਂ ਦੇਖਦਾ ਕੌਣ ਚੋਰੀ ਕਰਦਾ। ਅਤੇ ਫਿਰ ਤੁਸੀਂ ਵੇਖ ਲਓ ਵੀ ਚੋਰੀ ਕੌਣ ਕਰਾਉਂਦਾ, ਸਮਝ ਕੇ ਆਪੇ ਹੀ। ਇਹ ਵੀ ਤਾਂ ਪਤਾ ਲੱਗਦਾ ਨਾ ਵੀ ਚੋਰਾਂ ਨੂੰ ਸ਼ੈ ਕਿੱਥੋਂ ਮਿਲਦੀ ਹੈ। ਬਾਕੀ ਸਰਕਾਰਾਂ ਜੇ ਕੁਛ ਕਰਨਾ ਚਾਹੁਣ, ਇਹ ਸਭ ਕੁਛ ਕਰ ਸਕਦੀ ਹੁੰਦੀਆਂ ਨੇ। ਇਹ ਕੁਛ ਕਰਨਾ ਹੀ ਨਹੀਂ ਚਾਹੁੰਦੇ ਹੁੰਦੇ, ਇਸ ਲਈ ਬਸ ਗੱਲ ਕੋਈ ਬਣਦੀ ਨਹੀਂ। ਸਰਕਾਰਾਂ ਬਦਲਦੀਆਂ ਰਹਿੰਦੀਆਂ, ਉਹੀ ਹਾਲ ਰਹਿੰਦਾ। ਖੈਰ, ਮੈਂ ਸੋਚਿਆ ਸ਼ੇਰ ਸ਼ਾਹ ਸੂਰੀ ਕਿਤੇ 20-25 ਸਾਲ ਰਾਜ ਕਰ ਜਾਂਦਾ, ਉਹ ਹਿੰਦੁਸਤਾਨ ਦਾ ਨਕਸ਼ਾ ਹੀ ਹੋਰ ਹੋ ਜਾਣਾ ਸੀ। ਉਹ ਤਾਂ ਉਹਦੀ ਡੈਥ ਹੋ ਗਈ, ਹਾਰਿਆ ਨਹੀਂ, ਉਹਦੀ ਡੈਥ ਹੋ ਗਈ। ਖੈਰ, ਸਹਿਸਰਾਮ ਪਹੁੰਚ ਗਏ। ਉੱਥੇ ਗੁਰੂ ਮਹਾਰਾਜ ਦੇ ਇੱਕ ਮਸੰਦ ਰਹਿੰਦਾ ਸੀ, ਫੱਗੋ, ਉਹਦਾ ਨਾਂ ਸੀ ਫੱਗੋ। ਉਹਨੇ ਇੱਕ ਬਾਗ ਲਾਇਆ ਹੋਇਆ ਸੀ, ਉਹਦਾ ਨਾਂ ਰੱਖਿਆ ਸੀ ਗੁਰੂ ਕਾ ਬਾਗ। ਵੀ ਜਿਹੜਾ ਕਦੇ ਗੁਰੂ ਕੋਈ ਆਵੇਗਾ, ਮੈਂ ਉਸਨੂੰ ਇਸ ਬਾਗ ਵਿੱਚ ਠਹਿਰਾਵਾਂਗਾ।
ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਥੇ ਪਹੁੰਚੇ। ਉਹਨੇ ਬਾਗ 'ਚ ਕਮਰੇ ਕੁਮਰੇ ਪਾਏ ਸਨ, ਉੱਥੇ ਠਹਿਰਾਇਆ ਅਤੇ ਸਾਰਾ ਦੱਸਿਆ ਵੀ ਇਸ ਤਰ੍ਹਾਂ ਮੈਂ ਇਹ ਗੁਰੂ ਦੇ ਨਾਮ 'ਤੇ ਬਣਾਇਆ ਹੋਇਆ ਹੈ। ਗੁਰੂ ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਫੱਗੋ ਤੂੰ ਨਿਹਾਲ ਤੇਰੀ ਔਲਾਦ ਬਹੁਤ ਅਮੀਰ ਹੋਵੇਗੀ। ਸਮਾਂ ਪਾ ਕੇ ਮਸੰਦ ਫੱਗੋ ਦੀ ਔਲਾਦ ਜਿਹੜੀ ਸੀ ਉਹ ਕਲਕੱਤੇ ਜਾ ਕੇ ਵਸ ਗਈ। ਉੱਥੇ ਉਹਨਾਂ ਗੁਰਦੁਆਰਾ ਬਣਾਇਆ ਜਿਹਦਾ ਨਾਂ ਹੈ ਬੜੀ ਸੰਗਤ, ਅਜੇ ਵੀ ਹੈ। ਲੰਗਰ ਚਾਲੂ ਕੀਤਾ ਅਤੇ ਉਹ ਕੁਝ ਸਾਲਾਂ 'ਚ ਬਹੁਤ ਅਮੀਰ ਹੋ ਗਏ, ਗੁਰੂ ਘਰ ਦੇ ਪ੍ਰੇਮੀ ਹੋ ਗਏ। ਉੱਥੋਂ ਚੱਲ ਕੇ ਆਪ ਜੀ ਬਿਹਾਰ ਦਾ ਇੱਕ ਸ਼ਹਿਰ ਹੈ ਗਇਆ, ਬੜਾ ਪ੍ਰਸਿੱਧ ਸ਼ਹਿਰ ਹੈ। ਗਇਆ ਸ਼ਹਿਰ ਦੇ ਵਿੱਚੋਂ ਇੱਕ ਦਰਿਆ ਲੰਘਦਾ ਹੈ, ਉਹਦਾ ਨਾਂ ਫਲਗੂ। ਉਹ ਸ਼ਹਿਰ ਦੇ ਵਿਚਾਲਿਓਂ ਲੰਘਦਾ ਹੈ, ਜਿਵੇਂ ਜੇਹਲਮ ਦਰਿਆ ਕਸ਼ਮੀਰ ਦੇ ਵਿਚਾਲਿਓਂ ਲੰਘਦਾ ਸ਼੍ਰੀਨਗਰ ਦੇ। ਇਸ ਤਰ੍ਹਾਂ ਫਲਗੂ ਦਰਿਆ ਸੀ, ਉੱਥੇ ਘਾਟ ਬਣਿਆ ਹੋਇਆ ਹੈ ਜਿੱਥੇ ਆ ਕੇ ਲੋਕ ਪਿਤਰਾਂ ਦੀ ਗਤੀ ਕਰਾਉਂਦੇ ਹੁੰਦੇ ਸਨ। ਗੁਰੂ ਮਹਾਰਾਜ ਉੱਥੇ ਚਲੇ ਗਏ, ਨਾਲ ਬਹੁਤ ਸਾਰੇ ਸਿੱਖ ਨੇ। ਜਿਹੜਾ ਉੱਥੇ ਵੱਡਾ ਪੰਡਤ ਸੀ ਸ਼ਰਨ ਦਾਸ, ਉਹਨੇ ਸੋਚਿਆ ਬਹੁਤ ਕੋਈ ਅਮੀਰ ਆਇਆ ਹੈ, ਅੱਜ ਚੰਗੇ ਪੈਸੇ ਬਣਨਗੇ। ਉਹ ਆਇਆ, ਕਹਿੰਦੇ ਆਪਣੇ ਪਿਤਰਾਂ ਦੀ ਗਤੀ ਕਰਾ ਲਓ। ਗੁਰੂ ਮਹਾਰਾਜ ਕਹਿੰਦੇ ਭਾਈ ਸਾਡੇ ਪਿਤਰ ਤਾਂ ਸੱਚਖੰਡ 'ਚ ਰਹਿੰਦੇ ਨੇ, ਤੁਹਾਨੂੰ ਕੀ ਪਤਾ? ਕਹਿੰਦੇ ਸਾਨੂੰ ਪਤਾ ਸੱਚਖੰਡ ਨੇ। ਨਹੀਂ ਉਹਨਾਂ ਦੀ ਗਤੀ ਕਰੋ ਤਾਂ ਸਾਰੇ ਗਤੀ ਕਰਾ ਦੇਣਗੇ। ਗੁਰੂ ਮਹਾਰਾਜ ਕਹਿੰਦੇ ਭਾਈ ਸਾਡੇ ਪਿਤਰ ਜਿਹੜੇ, ਪਿਤਰ ਕਿਹਨੂੰ ਕਹਿੰਦੇ ਨੇ? ਆਪਣੇ ਵੱਡੇ ਵਡੇਰੇ ਜਿਹੜੇ ਸਵਰਗਵਾਸ ਹੋ ਗਏ ਨੇ ਉਹਨੂੰ ਪਿਤਰ ਕਹਿੰਦੇ ਨੇ। ਕਹਿੰਦੇ ਸਾਡੇ ਪਿਤਰ ਤਾਂ ਸੱਚਖੰਡ 'ਚ ਰਹਿੰਦੇ ਪੰਡਤ ਜੀ। ਨਹੀਂ ਜੀ ਕਹਿੰਦੇ ਤੁਸੀਂ ਝੂਠ ਬੋਲਦੇ ਹੋ। ਕਹਿੰਦੇ ਸ਼ਰਨ ਦਾਸ ਤੇਰਾ ਪਿਤਾ ਅਤੇ ਦਾਦਾ ਸਵਰਗਵਾਸ ਹੋ ਗਏ ਨੇ? ਕਹਿੰਦਾ ਹਾਂਜੀ। ਉਹ ਕਿੱਥੇ ਹੋਣਗੇ ਭਲਾ? ਕਹਿੰਦੇ ਜੀ ਉਹ ਸਵਰਗਾਂ 'ਚ ਹੋਣਗੇ। ਉਹ ਕਹਿੰਦੇ ਸ਼ਰਨ ਦਾਸ ਉਹ ਤਾਂ ਬਘਿਆੜ ਬਣੇ ਹੋਏ ਨੇ। ਕਿ ਤੁਹਾਨੂੰ ਕੀ ਪਤਾ? ਉਹਨਾਂ ਨੇ ਆਪਣੀ ਸੋਟੀ ਉਹਦੇ ਸਿਰ 'ਤੇ ਰੱਖੀ, ਕੀ ਦੇ ਦੋ ਬਘਿਆੜ ਨੇ। ਕਹੇ ਜੀ ਮੈਨੂੰ ਕੀ ਪਤਾ ਲੱਗੇ ਵੀ ਮੇਰਾ ਪਿਤਾ ਦੀ ਦਾਦਾ। ਗੁਰੂ ਮਹਾਰਾਜ ਨੇ ਫਿਰ ਸੋਟੀ ਸਿਰ 'ਤੇ ਰੱਖੀ, ਉਹ ਬੰਦੇ ਬਣ ਗਏ, ਇੱਕ ਬਾਪ ਅਤੇ ਇੱਕ ਦਾਦਾ। ਕਿ ਦੇਖ ਲੈ ਤੂੰ ਲੋਕਾਂ ਦੇ ਪਿਤਰਾਂ ਦੀ ਗਤੀ ਕਰ, ਤੇਰੇ ਆਪਣੇ ਪਿਤਰਾਂ ਦੀ ਗਤੀ ਨਹੀਂ ਹੋਈ। ਸ਼ਰਨ ਦਾਸ ਜੀ ਨਾਮ ਜਪ ਕੇ, ਸੇਵਾ ਕਰਕੇ ਅਤੇ ਸ਼ੁਭ ਕਰਮ ਕਰਕੇ ਕਿਸੇ ਦੀ ਗਤੀ ਹੁੰਦੀ ਹੈ। ਇਸ ਤਰ੍ਹਾਂ ਨਹਾਉਣ ਨੂੰ ਨਾਲ ਜਾਂ ਪਿੰਡ ਭਰਾਉਣ ਨਾਲ ਗਤੀ ਨਹੀਂ ਹੁੰਦੀ। ਸਾਡੇ ਪਿਤਰਾਂ ਨੇ ਨਾਮ ਜਪਿਆ, ਜਿਉਂਦੇ ਜੀ ਉਹਨਾਂ ਸੇਵਾ ਕੀਤੀ, ਉਹ ਨਾਮ ਜਪ ਕੇ ਉਹਨਾਂ ਦੀ ਗਤੀ ਹੋ ਗਈ। ਉਹਨਾਂ ਦੁਬਾਰਾ ਜਨਮ ਦੀ ਲੋੜ ਹੀ ਨਹੀਂ ਪਈ ਹੈਗੀ। ਉੱਥੋਂ ਚੱਲ ਕੇ ਆਪ ਜੀ ਪਟਨਾ ਸਾਹਿਬ ਆ ਗਏ। ਪਟਨਾ ਸਾਹਿਬ ਪਹੁੰਚ ਗਏ। ਸਾਲਸਰਾਏ ਜੌਹਰੀ ਦੇ ਕੋਲ ਗੁਰੂ ਨਾਨਕ ਦੇਵ ਜੀ ਆਏ ਹੋਏ ਸਨ। ਸਾਲਸਰਾਏ ਜੌਹਰੀ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਹਦਾ ਬਹੁਤ ਵੱਡਾ ਘਰ ਸੀ। ਉਹਨੇ ਆਪਣਾ ਅੱਧਾ ਘਰ ਜਿਹੜਾ ਹੈ ਉਹ ਸਰਾਂ ਬਣਾਤੀ ਵੀ ਆਏ ਗਏ ਯਾਤਰੀ ਇੱਥੇ ਠਹਿਰਿਆ ਕਰਨਗੇ। ਨੌਵੇਂ ਪਾਤਸ਼ਾਹ ਸਾਲਸਰਾਏ ਜੌਹਰੀ ਦੀ ਸਰਾਂ ਦੇ ਵਿੱਚ ਜਾ ਕੇ ਠਹਿਰੇ। ਉਦੋਂ ਮਾਤਾ ਗੁਜਰੀ ਜੀ ਦੇ ਬੱਚਾ ਹੋਣ ਵਾਲਾ ਸੀ, ਇਸ ਲਈ ਗੁਰੂ ਮਹਾਰਾਜ ਨੇ ਪਰਿਵਾਰ ਇੱਥੇ ਛੱਡਤਾ ਵੀ ਤੁਸੀਂ ਪਟਨੇ ਰਹੋ। ਅਸੀਂ ਜਿਹੜਾ ਅੱਗੇ ਅਸਾਮ ਵੱਲ ਨੂੰ ਚੱਲੇ ਪ੍ਰਚਾਰ ਕਰਨ ਜਾਣਾ ਹੈ। ਗੁਰੂ ਮਹਾਰਾਜ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਬੰਗਾਲ ਦੇ ਵਿੱਚ ਢਾਕਾ ਹੈ, ਬਹੁਤ ਵੱਡਾ ਸ਼ਹਿਰ, ਰਾਜਧਾਨੀ ਵੀ ਰਹੀ ਹੈ, ਢਾਕੇ ਚਲੇ ਗਏ। ਉੱਥੇ ਮਸੰਦ ਰਹਿੰਦਾ ਸੀ ਬਲਾਕੀ ਦਾਸ। ਉਹਨੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ। ਗੁਰੂ ਮਹਾਰਾਜ ਉਸ 'ਤੇ ਬੜੇ ਖੁਸ਼ ਹੋਏ। ਜਦੋਂ ਆਉਣ ਲੱਗੇ ਬਲਾਕੀ ਦਾਸ ਕਹਿੰਦਾ ਮਹਾਰਾਜ ਜੀ ਪਤਾ ਨਹੀਂ ਫਿਰ ਤੁਹਾਡੇ ਦਰਸ਼ਨ ਹੋਣਗੇ ਨਹੀਂ ਹੋਣਗੇ, ਮੇਰੇ 'ਤੇ ਕਿਰਪਾ ਕਰੋ, ਜਦੋਂ ਮੈਂ ਚਾਹਾਂ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਗੁਰੂ ਮਹਾਰਾਜ ਉਹਨੂੰ ਪੋਥੀ ਦਿੱਤੀ। ਕਿਆ ਲੈ ਪੋਥੀ?
ਜਦੋਂ ਤੇਰਾ ਜੀ ਕਰੇ ਸਾਡੇ ਦਰਸ਼ਨ ਕਰਨ ਨੂੰ, ਇਸ ਪੋਥੀ ਦੇ ਅੱਗੇ ਖਲੋ ਕੇ ਅਰਦਾਸ ਕਰਦਿਆ ਕਰ, ਸਾਡੇ ਤੈਨੂੰ ਦਰਸ਼ਨ ਹੋ ਜਾ ਕਰਨਗੇ। ਉਹ ਪੋਥੀ ਅਜੇ ਵੀ ਢਾਕੇ ਪਈ ਉਹਦੇ ਕੋਲ। ਉੱਥੋਂ ਆਪ ਜੀ ਅਸਾਮ ਵੱਲ ਨੂੰ ਚਲੇ ਗਏ। ਅਸਾਮ ਦਾ ਰਾਜਾ ਸੀ ਰਾਮ, ਰਾਜਾ ਰਾਮ। ਉਧਰ ਔਰੰਗਜ਼ੇਬ ਜਿਹੜਾ ਸੀ ਉਹ ਉਸ ਰਾਜੇ ਨੂੰ ਗੁਲਾਮ ਬਣਾਉਣਾ ਚਾਹੁੰਦਾ ਸੀ। ਔਰੰਗਜ਼ੇਬ ਨੇ ਰਾਜਾ ਬਿਸ਼ਨ ਸਿੰਘ ਨੂੰ ਫੌਜ ਦੇ ਕੇ ਭੇਜਤਾ ਵੀ ਜਾ ਉਹਨੂੰ ਹਰਾ ਕੇ ਆ। ਇੰਨੇ ਚਿਰ ਗੁਰੂ ਮਹਾਰਾਜ ਜੀ ਪਹੁੰਚ ਗਏ। ਗੁਰੂ ਮਹਾਰਾਜ ਦੋਨਾਂ ਦੀ ਸੁਲ੍ਹਾ ਕਰਾਤੀ। ਸੁਲ੍ਹਾ ਕਰਾਤੀ। ਦੋਨੋਂ ਫੌਜਾਂ ਦੇ ਕਮਾਂਡਰ ਜਿਹੜੇ ਸਨ, ਉੱਧਰ ਰਾਜਾ ਰਾਮ ਅਤੇ ਉੱਧਰ ਬਿਸ਼ਨ ਸਿੰਘ, ਉਹਨੇ ਕਿਹਾ ਜੀ ਕੋਈ ਸੇਵਾ ਦੱਸੋ। ਫੌਜੀ ਕੋਲ ਪਹਿਲਾਂ ਢਾਲ ਹੋਇਆ ਕਰਦੇ ਸੀ ਦੁਸ਼ਮਣ ਦਾ ਵਾਰ ਰੋਕਣ ਲਈ। ਕਹਿੰਦੇ ਇੱਕ ਇੱਕ ਢਾਲ ਮਿੱਟੀ ਦੀ ਭਰ ਕੇ ਜਿੱਥੇ ਅਸੀਂ ਖੜ੍ਹੇ ਹਾਂ ਇੱਥੇ ਢੇਰੀ ਲਾਓ। ਸੋ ਬਹੁਤ ਵੱਡਾ ਢੇਰ ਲੱਗ ਗਿਆ। ਗੁਰੂ ਮਹਾਰਾਜ ਦਾ ਨਾਮ ਰੱਖਿਆ ਦਮਦਮਾ ਸਾਹਿਬ। ਜਦੋਂ ਇੱਥੇ ਠਹਿਰੇ ਹੋਏ ਸਨ, ਪਟਨਾ ਸਾਹਿਬ ਤੋਂ ਸੁਨੇਹਾ ਆਇਆ ਕਿ ਤੁਹਾਡੇ ਘਰ ਸਪੁੱਤਰ ਹੋਇਆ ਹੈ। ਗੁਰੂ ਮਹਾਰਾਜ ਨੇ ਫਿਰ ਸੁਨੇਹਾ ਭੇਜਿਆ ਕਿ ਇਹਦਾ ਨਾਮ ਗੋਬਿੰਦ ਰਾਏ ਰੱਖਣਾ ਹੈ। ਕੁਝ ਸਮੇਂ ਬਾਅਦ ਗੁਰੂ ਮਹਾਰਾਜ ਵਾਪਸ ਪਟਨੇ ਆ ਗਏ। 3 ਮਹੀਨੇ ਆਪਣੇ ਪਰਿਵਾਰ ਨਾਲ ਰਹੇ। ਪਰਿਵਾਰ ਨੂੰ ਕਹਿੰਦੇ ਤੁਸੀਂ ਇੱਥੇ ਹੀ ਰਹੋ, ਅਸੀਂ ਵਾਪਸ ਅਨੰਦਪੁਰ ਸਾਹਿਬ ਚੱਲੇ। 1671 ਈਸਵੀ ਤੱਕ ਔਰੰਗਜ਼ੇਬ ਦਾ ਰਾਜ ਸਾਰੇ ਹਿੰਦੁਸਤਾਨ 'ਚ ਹੋ ਚੁੱਕਾ ਸੀ। ਹਾਲਾਤ ਦਿਨੋਂ ਦਿਨ ਵਿਗੜ ਰਹੇ ਸਨ, ਜ਼ੁਲਮ ਵੱਧ ਰਹੇ ਸਨ। ਗੁਰੂ ਮਹਾਰਾਜ ਆਪਣਾ ਪਰਿਵਾਰ ਪਟਨੇ ਤੋਂ ਅਨੰਦਪੁਰ ਸਾਹਿਬ ਬੁਲਾ ਲਿਆ। ਪਰਿਵਾਰ ਵੀ ਅਨੰਦਪੁਰ ਸਾਹਿਬ ਆ ਗਿਆ। ਔਰੰਗਜ਼ੇਬ ਨੇ ਕਿਸੇ ਦਾ ਧਰਮ ਬਦਲਣ ਲਈ 3 ਢੰਗ ਵਰਤੇ ਜਾਂਦੇ ਨੇ। ਇੱਕ ਹੈ ਪਿਆਰ, ਦੂਜਾ ਲਾਲਚ, ਤੀਜਾ ਮੌਤ ਦਾ ਡਰ। ਜਿਹੜਾ ਪਿਆਰ ਨਾਲ ਮੁਸਲਮਾਨ ਬਣੀ ਗਿਆ ਉਹਨੂੰ ਪਿਆਰ ਨਾਲ ਬਣਾਤਾ, ਜਿਹੜਾ ਨਹੀਂ ਸੀ ਬਣਦਾ ਉਹਨੂੰ ਡਰਾ ਕੇ ਬਣਾਤਾ, ਜਿਹੜਾ ਨਹੀਂ ਸੀ ਡਰਦਾ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ। ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਜਿਹੜੇ ਵਿਦਵਾਨ ਸਨ, ਪੰਡਿਤ ਹੁੰਦੇ ਸਨ, ਅਤੇ ਉਹ ਸਾਰੇ ਵੱਡੇ ਵੱਡੇ ਵਿਦਵਾਨ ਕਸ਼ਮੀਰ 'ਚ ਰਹਿੰਦੇ ਸਨ। ਇਸ ਲਈ ਜਿਹੜਾ ਕਸ਼ਮੀਰ ਦਾ ਗਵਰਨਰ ਸੀ, ਔਰੰਗਜ਼ੇਬ ਨੇ ਹੁਕਮ ਕੀਤਾ ਕਿ ਤੂੰ ਵੱਧ ਤੋਂ ਵੱਧ ਇਹਨਾਂ ਨੂੰ ਮੁਸਲਮਾਨ ਬਣਾ, ਕਿਉਂਕਿ ਜਦੋਂ ਵਿਦਵਾਨ ਲੋਕ ਮੁਸਲਮਾਨ ਬਣ ਜਾਣਗੇ ਬਾਕੀ ਆਪੇ ਹੀ ਬਣੀ ਜਾਣਗੇ। ਉਹ ਬਣਨ ਨੂੰ ਤਿਆਰ ਨਹੀਂ ਸਨ, ਇਸ ਲਈ ਉਹਨਾਂ 'ਤੇ ਜ਼ੁਲਮ ਹੋਣੇ ਸ਼ੁਰੂ ਹੋ ਗਏ। ਹਿੰਦੂਆਂ ਨੂੰ ਹੁਕਮ ਕਰਦੇ ਤੁਸੀਂ ਮੱਥੇ 'ਤੇ ਤਿਲਕ ਨਹੀਂ ਲਾਉਣਾ, ਕਿਸੇ ਨੇ ਕੋਈ ਜਨੇਊ ਨਹੀਂ ਪਹਿਨਣਾ, ਕਿਸੇ ਨੇ ਘੋੜੇ ਦੀ ਸਵਾਰੀ ਨਹੀਂ ਕਰਨੀ, ਕਿਸੇ ਨੇ ਕੋਈ ਨਵਾਂ ਮੰਦਰ ਨਹੀਂ ਬਣਾਉਣਾ। ਪਹਿਲੇ ਵੱਡੇ ਵੱਡੇ ਮੰਦਰ ਢਾਉਣੇ ਸ਼ੁਰੂ ਕਰਤੇ ਅਤੇ ਲੋਕਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਕਸ਼ਮੀਰ ਦੇ ਵਿਦਵਾਨ ਲੋਕ ਬੜੇ ਦੁਖੀ ਹੋ ਗਏ। ਉੱਥੇ ਅਮਰਨਾਥ ਸ਼ਿਵਜੀ ਮਹਾਰਾਜ ਦੀ ਗੁਫਾ, ਉੱਥੇ ਗਏ ਵਿਚਾਰੇ ਅਤੇ ਅਰਦਾਸ ਕਰਦੇ ਨੇ ਵੀ ਹੇ ਸ਼ਿਵਜੀ ਮਹਾਰਾਜ, ਸਾਡੇ 'ਤੇ ਬਹੁਤ ਜ਼ੁਲਮ ਹੋ ਗਿਆ, ਸਾਡੀ ਸਹਾਇਤਾ ਕਰੋ। ਅਤੇ ਆਕਾਸ਼ਬਾਣੀ ਹੋਈ, ਅਨੰਦਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਰਹਿੰਦੇ, ਤੁਸੀਂ ਉਹਨਾਂ ਕੋਲ ਜਾਓ, ਉਹ ਤੁਹਾਡੀ ਸਹਾਇਤਾ ਕਰਨਗੇ। ਕਿਰਪਾ ਰਾਮ ਪੰਡਿਤ ਦੀ ਅਗਵਾਈ ਦੇ ਵਿੱਚ ਉਹ ਕਾਫੀ ਸਾਰੇ ਪੰਡਿਤ ਆ ਗਏ ਨੇ ਅਨੰਦਪੁਰ ਸਾਹਿਬ। ਗੁਰੂ ਮਹਾਰਾਜ ਦਾ ਪਹਿਲਾਂ ਹੀ ਦੀਵਾਨ ਲੱਗਾ ਹੋਇਆ ਹੈ। ਆ ਕੇ ਉਹਨਾਂ ਨੇ ਆਪਣੀ ਸਾਰੀ ਵਿਥਿਆ ਸੁਣਾਈ, ਨਾਲੇ ਰੋ ਰਹੇ ਨੇ। ਇੰਨੇ ਚਿਰ ਨੂੰ ਗੋਬਿੰਦ ਰਾਏ ਜੀ 9 ਸਾਲ ਦੇ ਹੋ ਗਏ ਸਨ। ਉਹ ਵੀ ਬਾਹਰੋਂ ਖੇਡਦੇ ਖੇਡਦੇ ਆ ਗਏ ਨੇ। ਉਹਨਾਂ ਪਿਤਾ ਜੀ ਨੂੰ ਪੁੱਛਿਆ ਵੀ ਪਿਤਾ ਜੀ ਇਹ ਲੋਕ ਰੋ ਕਿਉਂ ਰਹੇ ਹਨ?
ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰੀ ਗੱਲ ਦੱਸੀ ਵੀ ਆਹ ਕਾਰਨ ਹੈ, ਇਸ ਲਈ ਰੋ ਰਹੇ ਨੇ। ਗੋਬਿੰਦ ਰਾਏ ਜੀ ਕਹਿੰਦੇ ਵੀ ਇਹਦਾ ਹੱਲ ਕੀ ਹੈ? ਕਹਿੰਦੇ ਕੋਈ ਮਹਾਂਪੁਰਖ ਬਲੀਦਾਨ ਦੇਵੇ ਤੇ ਤਾਂ ਇਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ। 9 ਸਾਲ ਦਾ ਬੱਚਾ ਕਹਿੰਦਾ ਫਿਰ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋਏਗਾ? ਤੁਸੀਂ ਹੀ ਬਲੀਦਾਨ ਦਿਓ। ਧਿਆਨ ਦੇਣਾ। ਗੁਰੂ ਨਾਨਕ ਦੇਵ ਜੀ 9 ਸਾਲ ਦੇ ਸਨ। ਉਹਨਾਂ ਕਿਹਾ ਮੈਂ ਨਹੀਂ ਜਨੇਊ ਪਾਉਣਾ, ਕਿਉਂਕਿ ਤੁਸੀਂ ਮੈਨੂੰ ਧੱਕੇ ਨਾ ਪਾਉਣੇ, ਮੈਂ ਨਹੀਂ ਪਾਉਣਾ। ਤੇ 10ਵੇਂ ਪਾਤਸ਼ਾਹ ਗੋਬਿੰਦ ਰਾਏ ਜੀ ਕਹਿੰਦੇ ਇਹ ਧੱਕੇ ਨਾਲ ਇਹਨਾਂ ਦੇ ਜਨੇਊ ਲਾਹੇ ਜਾ ਰਹੇ ਨੇ, ਅਸੀਂ ਧੱਕੇ ਨਾਲ ਜਨੇਊ ਨਹੀਂ ਲਾਉਣ ਦੇਣੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨੇ ਕਹਿਤਾ ਵੀ ਜਾਓ ਵਾਪਸ ਕਸ਼ਮੀਰ ਚਲੇ ਜਾਓ। ਉਹਨਾਂ ਨੂੰ ਜਾ ਕੇ ਕਹੋ ਵੀ ਸਾਡਾ ਗੁਰੂ ਹੈਗਾ ਗੁਰੂ ਤੇਗ ਬਹਾਦਰ, ਅਗਰ ਉਹ ਮੁਸਲਮਾਨ ਬਣ ਗਏ ਅਸੀਂ ਆਪੇ ਹੀ ਸਾਰੇ ਮੁਸਲਮਾਨ ਬਣ ਜਾਵਾਂਗੇ। ਉਹਨਾਂ ਜਾ ਕੇ ਗਵਰਨਰ ਜਿਹੜਾ ਸੂਬੇਦਾਰ ਉਦੋਂ ਕਹਿੰਦੇ ਸਨ, ਉਹਨੂੰ ਜਾ ਕੇ ਦੱਸਤਾ। ਸੂਬੇਦਾਰ ਨੇ ਔਰੰਗਜ਼ੇਬ ਨੂੰ ਦਿੱਲੀ ਚਿੱਠੀ ਭੇਜਤੀ ਹੈ। ਔਰੰਗਜ਼ੇਬ ਦਾ ਸੁਨੇਹਾ ਅਨੰਦਪੁਰ ਸਾਹਿਬ ਆ ਗਿਆ ਹੈ ਕਿ ਤੁਸੀਂ ਦਿੱਲੀ ਆਓ। ਗੁਰੂ ਮਹਾਰਾਜ 5 ਸਿੱਖਾਂ ਨੂੰ ਨਾਲ ਲੈ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ, 5 ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੋਂ ਚੱਲ ਪਏ। ਬਹਾਦਰਗੜ੍ਹ ਆਏ, ਪਹਿਲਾਂ ਰੋਪੜ ਆਏ, ਰੋਪੜ ਤੋਂ ਫਿਰ ਬਹਾਦਰਗੜ੍ਹ ਸਾਹਿਬ ਆਏ। ਇੱਥੇ ਜਿਹੜਾ ਸੀ ਪੀਰ ਉਸ ਫਕੀਰ ਉਸ ਬੜਾ ਗੁਰੂ ਘਰ ਦਾ ਸ਼ਰਧਾਲੂ ਸੀ। ਬਰਸਾਤ ਦਾ ਮੌਸਮ ਸੀ। ਉਹਨੇ ਕਿਹਾ ਤੁਸੀਂ ਇੱਥੇ ਹੀ ਠਹਿਰੋ, ਵੀ ਰਾਹ 'ਚ ਨਦੀਆਂ ਨਾਲੇ ਮੀਂਹ ਨਾਲ ਭਰੇ ਹੁੰਦੇ ਨੇ ਅਤੇ ਔਖਾ ਹੈ ਆਉਣਾ ਜਾਣਾ, ਬਰਸਾਤਾਂ ਤੋਂ ਬਾਅਦ ਤੁਸੀਂ ਚਲੇ ਜਾਓ। ਬਹਾਦਰਗੜ੍ਹ ਤੋਂ ਗੁਰੂ ਮਹਾਰਾਜ ਮੋਤੀ ਕਾ ਬਾਗ ਜਿੱਥੇ ਹੈਗਾ ਅੱਜ ਕੱਲ੍ਹ ਮੋਤੀ ਸਾਹਿਬ ਗੁਰਦੁਆਰਾ, ਉੱਥੇ ਆਏ। ਉੱਥੋਂ ਫਿਰ ਜਿਹੜਾ ਹੈ ਇਹ ਲਹਿਲ ਪਿੰਡ ਜਿੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਬਣੇ, ਇੱਥੇ ਆਏ। ਇੱਥੋਂ ਫਿਰ ਅੱਗੇ ਉਹ ਕੈਥਲ ਚਲੇ ਗਏ। ਕੈਥਲ ਤੋਂ ਚਲਦੇ ਚਲਦੇ ਕਰਨਾਲ ਪਹੁੰਚ ਗਏ। ਕਰਨਾਲ ਤੋਂ ਚਲਦੇ ਚਲਦੇ ਹੌਲੀ ਹੌਲੀ ਆਗਰੇ ਪਹੁੰਚ ਗਏ। ਆਗਰੇ ਜਦੋਂ ਗਏ ਤਾਂ ਪੁਲਿਸ ਨੂੰ ਕਿਸੇ ਸੂਈ ਨੇ ਦੱਸਿਆ ਵੀ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਆਏ ਨੇ, ਜਿਹਨੂੰ ਫੜਨ ਲਈ ਸਾਰੇ ਹਿੰਦੁਸਤਾਨ 'ਚ ਔਰੰਗਜ਼ੇਬ ਨੇ ਐਲਾਨ ਕੀਤਾ ਹੋਇਆ, ਕਿਉਂਕਿ ਗੁਰੂ ਮਹਾਰਾਜ ਚੱਲਿਆਂ ਬਹੁਤ ਦੇਰ ਹੋ ਗਈ। ਅਪ੍ਰੈਲ ਦੇ ਚੱਲੇ ਹੋਏ ਨਵੰਬਰ ਹੋ ਗਿਆ ਹੈ, ਇੰਨੇ ਮਹੀਨੇ ਪਹੁੰਚੇ ਨੇ। ਔਰੰਗਜ਼ੇਬ ਨੇ ਅਨਾਊਂਸਮੈਂਟ ਕਰਤੀ ਵੀ ਜਿੱਥੇ ਸਿੱਖਾਂ ਦਾ ਨਵਾਂ ਗੁਰੂ ਲੱਭੇ ਮੇਰੇ ਪੇਸ਼ ਕਰੋ। ਪੁਲਿਸ ਨੂੰ ਸੂਹ ਦਿੱਤੀ ਹੈ ਅਤੇ ਕਿਸੇ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੱਸਿਆ ਵੀ ਤੁਹਾਨੂੰ ਫੜਨ ਲਈ ਪੁਲਿਸ ਆ ਰਹੀ ਹੈ। ਠੀਕ ਹੈ। ਗੁਰੂ ਮਹਾਰਾਜ ਨੇ ਭਾਈ ਜੈਤਾ ਜੀ ਅਤੇ ਗੁਰਦਿੱਤਾ ਜੀ ਨੂੰ ਕਿਹਾ ਕਿ ਤੁਸੀਂ ਦਿੱਲੀ ਚਲੇ ਜਾਓ, ਅਸੀਂ ਹੁਣ ਸ਼ਹੀਦੀ ਦੇਣੀ ਹੈ, ਤੁਸੀਂ ਉੱਥੇ ਮੁਸਲਮਾਨੀ ਵੇਸ ਦੇ ਵਿੱਚ ਰਹਿਣਾ ਹੈ ਅਤੇ ਖਿਆਲ ਰੱਖਣਾ ਕਿ ਸਾਡਾ ਜਿਹੜਾ ਸਰੀਰ ਹੈ ਉਹਦੀ ਬੇਅਦਬੀ ਨਾ ਹੋਵੇ, ਉਹ ਰੁਲੇ ਨਾ, ਇਹਦੀ ਸਾਂਭ ਸੰਭਾਈ ਤੁਸੀਂ ਕਰਨੀ, ਜੇ ਮਰਜ਼ੀ ਕਰਿਓ। 7 ਵਚਨ ਨਹੀਂ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਭਾਈ ਜੈਤਾ ਜੀ ਅਤੇ ਭਾਈ ਗੁਰਦਿੱਤਾ ਜੀ ਦਿੱਲੀ ਨੂੰ ਚੱਲ ਪਏ। ਉੱਥੇ ਰਹਿ ਗਏ ਗੁਰੂ ਤੇਗ ਬਹਾਦਰ ਜੀ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਪੁਲਿਸ ਨੇ ਫੜ ਲਿਆ, ਉੱਥੇ ਹੀ ਨਜ਼ਰਬੰਦ ਕਰ ਦਿੱਤਾ ਹੈ ਅਤੇ ਦਿੱਲੀ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫੜ ਲਿਆ, ਦੱਸੋ ਕਿੱਥੇ ਲੈ ਕੇ ਆਈਏ। ਉਹ ਕਹਿੰਦੇ ਦਿੱਲੀ ਲੈ ਆਓ। ਦਿੱਲੀ ਲੈ ਗਏ। ਚਾਂਦਨੀ ਚੌਂਕ ਦੇ ਕੋਲ ਹਵੇਲੀ ਸਿੱਖ ਬਣੀ ਹੈ, ਉੱਥੇ ਗੁਰੂ ਮਹਾਰਾਜ ਨੂੰ ਬੰਦ ਕਰ ਦਿੱਤਾ ਹੈ। ਹੁਣ ਔਰੰਗਜ਼ੇਬ ਨੇ 3 ਵਾਰ ਗੁਰੂ ਮਹਾਰਾਜ ਨੂੰ ਆਪਣੇ ਦਰਬਾਰ 'ਚ ਸੱਦਿਆ। ਗੁਰੂ ਮਹਾਰਾਜ ਨੇ ਉਹਨੂੰ ਸਮਝਾਇਆ
ਕਿ ਅਸੀਂ ਤੇਰੇ ਵਿਰੁੱਧ ਨਹੀਂ, ਅਸੀਂ ਤੇ ਅਨਿਆਂ ਦੇ ਵਿਰੁੱਧ ਹਾਂ। ਲੋਕਾਂ ਦੇ ਕੋਈ ਵੀ ਅਨਿਆਂ ਕਰੇਗਾ, ਅਸੀਂ ਉਸ ਦੇ ਵਿਰੁੱਧ ਹਾਂ। ਅਸੀਂ ਤੇਰੇ ਵਿਰੁੱਧ ਨਹੀਂ, ਤੇਰੇ ਅਨਿਆਂ ਕਾਰਨ ਤੇਰੇ ਵਿਰੁੱਧ ਹਾਂ। ਜਿਹੜਾ ਰਾਜਾ ਹੁੰਦਾ ਹੈ ਉਹ ਸਾਰੀ ਪ੍ਰਜਾ ਦਾ ਹੁੰਦਾ ਹੈ। ਅੱਜ ਵੀ ਅਫਸੋਸ ਹੈ ਕਿ ਅੱਜ ਦੇ ਜਿਹੜਾ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਹੈ, ਇਹ ਪਾਰਟੀ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਰੇ ਪੰਜਾਬ ਦਾ ਤਾਂ ਹੁੰਦਾ ਹੀ ਨਹੀਂ ਹੈ। ਉਹ ਕਾਂਗਰਸ ਦਾ ਜੀ, ਬਸ ਵੀ ਕਾਂਗਰਸ ਵਾਲਿਆਂ ਨੂੰ ਸਹੂਲਤਾਂ ਦਿਓ, ਬਾਕੀ ਕਿਸੇ ਨੂੰ ਕੋਈ ਸਹੂਲਤ ਹੀ ਨਹੀਂ ਦੇਣੀ। ਬਸ ਜਿਵੇਂ ਆਪਣੀ ਕੋਈ ਨਹੀਂ ਲੱਗਦੇ। ਜਿਹੜੇ ਮੋਦੀ ਸਾਹਿਬ ਨੇ, ਬਸ ਹਾਂ ਜਿਹੜੇ ਭਾਰਤੀ ਜਨਤਾ ਪਾਰਟੀ, ਇਹਨਾਂ ਨੂੰ ਕਰਨਾ, ਬਾਕੀ ਤਾਂ ਐਵੇਂ ਹੀ ਨੇ। ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਸਾਰੀ ਸਟੇਟ ਦਾ ਮੁੱਖ ਮੰਤਰੀ ਹੁੰਦਾ, ਨਾ ਕਿ ਕਿਸੇ ਇੱਕ ਪਾਰਟੀ ਜਾਂ ਇੱਕ ਕੌਮ ਦਾ ਹੁੰਦਾ ਹੈ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ, ਇੱਕ ਪਾਰਟੀ ਦਾ ਨਹੀਂ ਹੁੰਦਾ। ਤੇ ਰਾਜੇ ਦਾ ਸਮਝਾਇਆ ਗੁਰੂ ਮਹਾਰਾਜ ਨੇ ਵੀ ਰਾਜਨ, ਚਾਹੇ ਸਿੱਖ ਨੇ, ਚਾਹੇ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਜਿੰਨੇ ਵੀ ਹਿੰਦੁਸਤਾਨ 'ਚ ਰਹਿੰਦੇ ਨੇ, ਤੁਹਾਡੀ ਪ੍ਰਜਾ ਹੈ। ਅਤੇ ਜਿਹੜੀ ਪ੍ਰਜਾ ਆਪਣੇ ਬੱਚਿਆਂ ਵਰਗੀ ਹੁੰਦੀ ਹੈ। ਤੁਸੀਂ ਇਹਨਾਂ ਦੇ ਬਾਪ ਹੋ, ਸਗੋਂ ਤੁਸੀਂ ਇਹਨਾਂ ਨੂੰ ਪਾਲਣਾ ਪੋਸ਼ਣਾ ਇਹਨਾਂ ਦੀ ਕਰੋ, ਦੁੱਖ ਸੁੱਖ 'ਚ ਇਹਨਾਂ ਦਾ ਸਾਥ ਦਿਓ। ਤੁਸੀਂ ਤਾਂ ਜ਼ੁਲਮ ਕਰਨ 'ਤੇ ਲੱਗੇ ਹੋਏ ਹੋ, ਇਹਨਾਂ ਮਾਰਨ 'ਤੇ ਲੱਗੇ ਹੋਏ। ਹਾਂ, ਆਪਣੀ ਮਰਜ਼ੀ ਨਾਲ ਕੋਈ ਧਰਮ ਬਦਲਦਾ ਤਾਂ ਕੋਈ ਗੱਲ ਨਹੀਂ, ਅਗਲੇ ਦੀ ਮਰਜ਼ੀ ਕਿਸੇ ਵੀ ਧਰਮ ਨੂੰ ਗ੍ਰਹਿਣ ਕਰ ਸਕਦਾ ਹੈ, ਪਰ ਸੱਚ ਕੌਣ ਸੁਣਦਾ ਹੈ? ਅੱਗ ਬੁਗਲਾ ਹੋ ਗਿਆ। ਤੀਜੀ ਵਾਰੀ ਜਦੋਂ ਸੱਦਿਆ ਗੁਰੂ ਮਹਾਰਾਜ ਫਿਰ ਇਹੀ ਕੁਛ ਕਿਹਾ, ਕਹਿੰਦਾ ਸੁਣੋ, ਜਾਂ ਤਾਂ ਮੁਸਲਮਾਨ ਹੋ ਜਾਓ, ਠੀਕ ਹੈ, ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ। ਗੁਰੂ ਮਹਾਰਾਜ ਕਹਿੰਦੇ ਦੇਖ, ਅਸੀਂ ਮੁਸਲਮਾਨ ਤੇ ਬਣਨਾ ਨਹੀਂ। ਜਿਹੜਾ ਅਨਿਆਂ ਕਰੇ ਅਸੀਂ ਉਹਦੇ ਅੱਗੇ ਕਦੇ ਝੁਕੇ ਨਹੀਂ ਹੈਗੇ। ਹਾਂ, ਮਰਨ ਲਈ ਅਸੀਂ ਤਿਆਰ ਹਾਂ। ਔਰੰਗਜ਼ੇਬ ਨੇ ਸੋਚਿਆ ਜਿਹੜੇ ਨਾਲ 3 ਸਿੱਖ ਆਏ ਨਾ, ਪਹਿਲਾਂ ਇਹਨਾਂ ਨੂੰ ਤਸੀਹੇ ਦਿੱਤੇ ਜਾਣ। ਇਹਨਾਂ ਨੂੰ ਤਸੀਹੇ ਦਿੱਤੇ ਜਾਣਗੇ, ਸ਼ਾਇਦ ਇਹ ਗੁਰੂ ਡਰ ਜੇ ਕਰਨ ਵੇਖ ਕੇ ਮੇਰੇ ਨਾਲ ਵੀ ਐਂ ਬੀਤੂ। ਔਰੰਗਜ਼ੇਬ ਨੇ ਹੁਕਮ ਕਰਤਾ, ਜਿਹੜਾ ਮਤੀ ਦਾਸ ਹੈ ਇਹਨੂੰ ਆਰੇ ਨਾਲ ਵਿਚਾਲਿਓ ਚੀਰ ਦਿਓ। ਮਤੀ ਦਾਸ ਨੂੰ ਲੱਕੜਾਂ 'ਚ ਬੰਨ੍ਹ ਕੇ ਸਿਰ ਤੋਂ ਲੈ ਕੇ ਧੜ ਤੱਕ ਆਰੇ ਨਾਲ ਚੀਰਤਾ, 2 ਫਾਂਗਾਂ ਕਰਤਾ। ਸਿੱਖ ਇਤਿਹਾਸ ਕਹਿੰਦਾ ਜਦੋਂ ਚੀਰਨ ਲੱਗੇ ਸਨ, ਭਾਈ ਮਤੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਅਜੇ ਸ਼ਲੋਕ 'ਤੇ ਪਹੁੰਚਿਆ ਸੀ, 2 ਹਿੱਸੇ ਹੋ ਗਏ, ਸਰੀਰ ਦੇ ਦੋਨਾਂ ਹਿੱਸਿਆਂ ਦੇ ਵਿੱਚੋਂ ਜਿਹੜਾ ਹੈ ਬਾਣੀ ਪੜ੍ਹੀ ਜਾ ਰਹੀ ਹੈ। ਅਤੇ ਭਾਈ ਮਤੀ ਦਾਸ ਨੇ ਸਰੀਰ ਉਦੋਂ ਤਿਆਗਿਆ ਜਦੋਂ ਪੂਰਾ ਜਪਜੀ ਸਾਹਿਬ ਹੋ ਗਿਆ। ਉੱਥੇ ਜਿਹੜੇ ਮੁਸਲਮਾਨ ਵਿਦਵਾਨ ਖੜ੍ਹੇ ਸਨ, ਉਸ ਵੇਲੇ ਦ੍ਰਿਸ਼ ਵੇਖ ਰਹੇ, ਉਹ ਕਹਿੰਦੇ ਸਿੱਖ ਧਰਮ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਇੰਨੇ ਤਸੀਹੇ ਚੱਲ ਕੇ ਵੀ ਨਹੀਂ ਡੋਲਿਆ, ਇਹ ਸਿੱਖ ਕੌਮ ਨਹੀਂ ਖਤਮ ਕੀਤੀ ਜਾ ਸਕਦੀ। ਜਿਵੇਂ ਮੋਦੀ ਨੇ ਸਮਝਾਇਆ ਕਿ ਸਿਆਣਿਆਂ ਨੇ, ਕਹਿੰਦੇ ਸਿੱਖ ਨੇ, ਇਹਨਾਂ ਨਾ ਡਰਨਾ ਨਾ ਇਹਨਾਂ ਝੁਕਣਾ। ਇਹਨਾਂ ਤੇ ਇੰਦਰਾ ਗਾਂਧੀ ਦੀ ਛੱਡੀ, ਤੂੰ ਕਿਹਦਾ ਵਿਚਾਰਾ, ਇਹਨਾਂ ਨਾਲ ਸਮਝੌਤਾ ਕਰ ਲੈ, ਕਿਸਾਨਾਂ ਨਾਲ ਚੰਗਾ ਰਹੇਗਾ। ਇਹ ਨਹੀਂ ਪਰਵਾਹ ਕਰਿਆ ਕਰਦੇ, ਜੋ ਮਰਜ਼ੀ ਫਿਰ ਹੋ ਜਾਏ। ਚਲੋ ਕਾਫੀ ਹੱਦ ਤੱਕ ਹੋ ਗਿਆ ਹੈ, ਦਾਤਾ ਭਲੀ ਕਰੇ ਬਾਕੀ ਵੀ ਹੋ ਜਾਏ। ਭਾਈ ਮਤੀ ਦਾਸ ਜੀ ਸ਼ਹੀਦ ਕਰ ਦਿੱਤੇ ਗਏ। ਭਾਈ ਸਤੀ ਦਾਸ ਦੇ ਦੁਆਲੇ ਰੂੰ ਲਪੇਟਤਾ, ਰੂੰ ਲਪੇਟ ਕੇ ਅੱਗ ਲਾਤੀ। ਭਾਈ ਸਤੀ ਦਾਸ ਵੀ ਸ਼ਹੀਦ ਹੋ ਗਏ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ 'ਚ ਬਿਠਾਇਆ ਗਿਆ ਹੈ, ਇਸ ਤਰ੍ਹਾਂ ਉਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਹੈ। ਅਗਲੇ ਦਿਨ 11 ਨਵੰਬਰ ਸੀ, ਉਦੋਂ 24 ਨਵੰਬਰ ਸੀ, 11 ਮੱਘਰ ਸੀ 1675 ਈਸਵੀ। ਚਾਂਦਨੀ ਚੌਕ ਜਿੱਥੇ ਗੁਰਦੁਆਰਾ ਸਾਹਿਬ ਨੇ, ਇੱਥੇ ਲੈ ਆਂਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ। ਸਾਰੀ ਦਿੱਲੀ 'ਚ ਪਤਾ ਲੱਗ ਗਿਆ ਵੀ ਸ਼ਹੀਦ ਕੀਤਾ ਜਾਣਾ ਹੈ ਗੁਰੂ ਤੇਗ। ਬਹੁਤ ਲੋਕ, ਕਿਆ ਹਿੰਦੂ ਕਿਆ ਮੁਸਲਮਾਨ, ਉੱਥੇ ਇਕੱਠੇ ਹੋ ਗਏ ਵੀ ਦੇਖੋ ਕੀ ਬਣਦਾ। ਗੁਰੂ ਤੇਗ ਬਹਾਦਰ ਨੂੰ ਫਿਰ ਪੁੱਛਿਆ ਗਿਆ ਵੀ ਜਾਂ ਮੁਸਲਮਾਨ ਹੋ ਜਾਓ, ਨਹੀਂ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ।
ਗੁਰੂ ਮਹਾਰਾਜ ਕਹਿੰਦੇ ਅਸੀਂ ਜ਼ੁਲਮ ਨਹੀਂ ਸਹਿਣਾ, ਤੁਸੀਂ ਜੋ ਮਰਜ਼ੀ ਕਰਨਾ ਕਰ ਲਓ। ਅਤੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਦੋਂ 24 ਨਵੰਬਰ ਸੀ, 11 ਮੱਘਰ ਸੀ, 1675 ਈਸਵੀ ਸੀ, ਸ਼ਹੀਦ ਕਰ ਦਿੱਤਾ ਗਿਆ। ਭਾਈ ਜੈਤਾ ਜੀ ਅਤੇ ਭਾਈ ਗੁਰਦਿੱਤਾ ਜੀ, ਜਿਨ੍ਹਾਂ ਨੂੰ ਪਹਿਲਾਂ ਗੁਰੂ ਮਹਾਰਾਜ ਨੇ ਭੇਜਿਆ ਸੀ, ਉਹ ਵੀ ਉੱਥੇ ਸਨ। ਕੀ ਹੋਇਆ, ਸ਼ਹੀਦੀ ਤੋਂ ਬਾਅਦ ਬਹੁਤ ਜ਼ੋਰ ਦੀ ਹਨੇਰੀ ਆਈ। ਉਦੋਂ ਕਿਹੜਾ ਪੱਕੀਆਂ ਸੜਕਾਂ, ਪੱਕੇ ਤਾਂ ਰਾਹ ਕੱਚੇ ਸਨ। ਮਿੱਟੀ ਉੱਡ ਕੇ ਉੱਡਣੀ ਸ਼ੁਰੂ ਹੋ ਗਈ। ਜਿਹੜੇ ਪਹਿਰੇਦਾਰ ਸਨ ਉਹ ਪਰਾਂ ਹੋ ਗਏ। ਇਹਨੇ 'ਚ ਭਾਈ ਜੈਤ ਜੀ ਨੇ ਮੌਕਾ ਦੇਖਿਆ, ਆਪਣੀ ਬੁੱਕਲ, ਕੱਪੜੇ ਦੀ ਬੁੱਕਲ ਦੇ ਵਿੱਚ ਗੁਰੂ ਮਹਾਰਾਜ ਦਾ ਸੀਸ ਰੱਖਿਆ, ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਇਹ ਭਾਈ ਗੁਰਦਿੱਤਾ ਜੀ ਨੇ ਉੱਥੋਂ ਲੰਘ ਰਿਹਾ ਸੀ ਲੱਖੀ ਸ਼ਾਹ ਵਣਜਾਰਾ। ਉਹ ਬਹੁਤ ਵੱਡਾ ਵਪਾਰੀ ਸੀ। ਉਹ ਰਾਜਸਥਾਨ ਤੋਂ ਚੂਨਾ ਬਲਦਾਂ 'ਤੇ ਲੱਦ ਕੇ ਲਿਆ ਕੇ ਗੱਡਿਆਂ 'ਤੇ ਲੱਦ ਕੇ, ਉਹ 700 ਗੱਡੇ ਜਦੋਂ ਉੱਥੇ ਲੰਘ ਰਹੇ, ਬੜੀ ਮਿੱਟੀ ਧੂੜ ਉੱਡੀ। ਲੱਖੀ ਸ਼ਾਹ ਵਣਜਾਰੇ ਨਾਲ ਰਲ ਕੇ ਫਟਾਫਟ ਗੁਰਦਿੱਤਾ ਜੀ ਅਤੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਮਹਾਰਾਜ ਦਾ ਧੜ ਆਪਣੇ ਗੱਡੇ 'ਚ ਰੱਖਿਆ ਅਤੇ ਰਕਾਬਗੰਜ ਉਹਦਾ ਪਿੰਡ ਸੀ ਨੇੜੇ, ਉੱਥੇ ਲੈ ਆਇਆ। ਉਹਨੇ ਕਿਹਾ ਵੀ ਹੁਣ ਸੰਸਕਾਰ ਕਿਵੇਂ ਕਰੀਏ। ਉਹਨੇ ਆਪਣੇ ਘਰ ਦੇ ਵਿੱਚ ਹੀ ਧੜ ਰੱਖ ਕੇ ਗੁਰੂ ਘਰ ਨੂੰ ਹੀ ਅੱਗ ਲਾਤੀ। ਜਦੋਂ ਪੂਰੀ ਅੱਗ ਲੱਗ ਗਈ, ਫਿਰ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ, ਅੱਗ ਲੱਗ ਗਈ, ਅੱਗ ਲੱਗ ਗਈ, ਵੀ ਜਿੰਨੇ ਚਿਰ ਲੋਕ ਆਉਣਗੇ। ਉਦੋਂ ਕਿਹੜਾ ਕੋਈ ਫਾਇਰ ਬ੍ਰਿਗੇਡ ਸੀ, ਬਾਲਟੀਆਂ ਨੇ ਜਿਹੜੇ ਉਹਨੇ ਜਿਹਨੂੰ ਸੰਸਕਾਰ ਹੋ ਜਾਏਗਾ। ਇਸ ਤਰ੍ਹਾਂ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਮਹਾਰਾਜ ਧੜ ਦਾ ਸੰਸਕਾਰ ਕੀਤਾ। ਭਾਈ ਜੈਤਾ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਏ, ਜਿੱਥੇ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਉੱਥੇ ਸੀਸਗੰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਅਤੇ ਜਿੱਥੇ ਉਹਨਾਂ ਦਾ ਧੜ ਦਾ ਸੰਸਕਾਰ ਕੀਤਾ ਸੀ, ਉੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅੱਜ ਸ਼ਹੀਦੀ ਦਿਨ ਸਾਰੇ ਹਿੰਦੁਸਤਾਨ 'ਚ ਮਨਾਇਆ ਗਿਆ ਹੈ। ਪਰ ਪ੍ਰੋਬਲਮ ਇਹ ਹੈ ਕਿ ਕੁਝ ਨੇ ਜਿਹੜਾ ਹੈ ਉਹ 24 ਨਵੰਬਰ ਨੂੰ ਹੀ ਮਨਾ ਲਿਆ ਸੀ, ਅਤੇ ਕੁਝ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਗਏ ਉਹਨਾਂ ਨੇ ਅੱਜ ਮਨਾਇਆ ਹੈ। ਪਰ ਮਨਾਇਆ ਤਕਰੀਬਨ ਸਾਰੇ ਗੁਰਦੁਆਰਿਆਂ ਵਾਲਿਆਂ ਨੇ, ਭਾਵੇਂ ਉਹਨਾਂ ਨੇ ਕਿਸੇ ਦਿਨ ਵੀ ਮਨਾਇਆ, ਸਾਰੇ। ਸੋ ਐਡੀ ਮਹਾਨ ਆਤਮਾ ਦੇ ਆਪਾਂ ਜੀਵਨ 'ਚ ਸੰਖੇਪ ਵਿਚਾਰ ਕੀਤੀ ਹੈ। ਕੱਲ੍ਹ ਨੂੰ ਉਹਨਾਂ ਦੀ ਬਾਣੀ 'ਤੇ ਵਿਚਾਰ ਹੋਵੇਗੀ। ਜਿਹੜੀ ਨੇ ਬਾਣੀ ਲਿਖੀ ਹੈ ਉਹਦੇ ਲਈ ਸਾਨੂੰ ਕੀ ਸਿੱਖਿਆ ਮਿਲਦੀ ਹੈ, ਉਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।